ਹੈਲੋ एवरीवन ਵੈਲਕਮ ਟੂ ਕਾਂਤੀ ਅਕੈਡਮੀ। ਆਈ ਐਮ ਲਖਵਿੰਦਰ ਸਿੰਘ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਜੀ, ਆਪਣੀ ਪੰਜਾਬ ਐਗਜ਼ਾਮ ਦੇ ਲਈ ਇੱਕ ਸੀਰੀਜ਼ ਚੱਲ ਰਹੀ ਹੈ ਜੀ ਮੈਥ ਦੀ। ਉਹਦੀ ਅੱਜ ਆਪਾਂ ਅਗਲੀ ਵੀਡੀਓ ਲੈ ਕੇ ਆਏ ਹਾਂ। ਮੈਂ ਦੱਸਦਾ, ਜੇ ਕੋਈ ਫਸਟ ਟਾਈਮ ਇਹ ਵੀਡੀਓ ਦੇਖ ਰਿਹਾ, ਮਤਲਬ ਪਹਿਲੀ ਵਾਰ ਆਪਣੇ ਚੈਨਲ ਤੇ ਆਇਆ ਤੇ ਇਹੀ ਵੀਡੀਓ ਦੇਖ ਰਿਹਾ, ਤਾਂ ਪਹਿਲਾਂ ਅਸੀਂ ਸਕੇਅਰ ਦੀ ਵੀਡੀਓ ਪਾਈ ਆ, ਫਿਰ ਸਕੇਅਰ ਰੂਟ ਦੀ, ਫਿਰ ਕਿਊਬ ਤੇ ਕਿਊਬ ਰੂਟ ਦੀ ਵੀਡੀਓ ਪਾਈ ਗਈ ਸੀ ਜੀ। ਫਿਰ ਫ੍ਰੈਕਸ਼ਨ ਦੀ ਵੀਡੀਓ ਪਾਈ ਗਈ ਹੈ ਫਸਟ, ਤੇ ਫਿਰ ਫ੍ਰੈਕਸ਼ਨ ਦੀ ਵੀਡੀਓ ਪਾਈ ਗਈ ਹੈ ਸੈਕੰਡ। 1 2 3 4 5 ਟੋਟਲ ਇਸ ਤੋਂ ਪਹਿਲਾਂ 5 ਵੀਡੀਓਸ ਆ ਚੁੱਕੀਆਂ ਨੇ। ਇਹ 6ਵੀਂ ਵੀਡੀਓ ਹੈ ਜੀ ਆਪਣੀ। ਪੂਰੇ ਵਧੀਆ ਪ੍ਰੋਪਰ ਤਰੀਕੇ ਨਾਲ ਮੈਥ ਕਰਵਾਇਆ ਜਾਊਗਾ। ਜੇ ਕੋਈ ਡਿਟੇਲ 'ਚ ਮੈਥ ਕਰਨਾ ਚਾਹੁੰਦਾ, ਇਦੋਂ ਵੀ ਜ਼ਿਆਦਾ ਡਿਟੇਲ ਦੇ ਵਿੱਚ ਆਫਲਾਈਨ ਕਲਾਸ ਲਾ ਕੇ, ਤਾਂ ਆਪਣੀ ਮੁਕਤਸਰ ਅਕੈਡਮੀ ਹੈ, ਕਾਂਤੀ ਅਕੈਡਮੀ, ਤੁਸੀਂ ਸਾਡੀ ਕਲਾਸ ਜੁਆਇਨ ਕਰ ਸਕਦੇ ਹੋ। ਇਸ ਨੰਬਰ ਤੇ ਕਾਲ ਕਰਕੇ ਤੁਹਾਨੂੰ ਸਾਰੀ ਜਾਣਕਾਰੀ ਤੁਸੀਂ ਲੈ ਸਕਦੇ ਹੋ। ਕੋਈ ਡਾਊਟ ਹੋਵੇ ਉਹ ਕਲੀਅਰ ਹੋ ਜਾਊਗਾ ਜੀ ਤੁਹਾਡਾ, ਫੀਸ ਵਗੈਰਾ ਬਾਰੇ, ਹਰੇਕ ਚੀਜ਼ ਬਾਰੇ। ਤੇ ਅੱਜ ਆਪਣਾ ਟੌਪਿਕ ਆ ਸਿੰਪਲੀਫਿਕੇਸ਼ਨ। ਇਸ ਤੋਂ ਪਹਿਲਾਂ ਆਪਾਂ ਫ੍ਰੈਕਸ਼ਨ ਕੀਤੀ ਸੀ, ਮਤਲਬ ਬਟਿਆਂ ਵਾਲੀਆਂ ਵੈਲਿਊਜ਼ ਦੇਖੀਆਂ ਸੀ। 1/2 ਪਲੱਸ 1/2 3 ਕਿਵੇਂ ਐਡ ਹੁੰਦਾ, ਕਿਵੇਂ ਮਾਈਨਸ ਹੁੰਦਾ, ਕਿਵੇਂ ਮਲਟੀਪਲਾਈ ਹੁੰਦਾ, ਕਿਵੇਂ ਡਿਵਾਈਡ ਹੁੰਦਾ। ਉਹ 'ਚ ਸਿਰਫ ਆਪਾਂ ਪਲੱਸ ਤੇ ਮਾਈਨਸ ਵਾਲੇ ਕੁਐਸਚਨ ਅੱਡ ਕੀਤੇ ਸੀ ਫਸਟ ਵੀਡੀਓ 'ਚ। ਸੈਕੰਡ 'ਚ ਮਲਟੀਪਲਾਈ ਤੇ ਡਿਵਾਈਡ ਵਾਲੇ ਕੀਤੇ ਸੀ। ਅੱਜ ਜਿਹੜੇ ਆਪਾਂ ਕੁਐਸਚਨ ਕਰਾਂਗੇ ਉਹ 'ਚ ਸਾਰੇ ਦਾ ਸਾਰਾ ਕੁਝ ਹੀ ਹੋਊਗਾ, ਪਲੱਸ ਮਾਈਨਸ ਡਿਵਾਈਡ ਫ੍ਰੈਕਸ਼ਨ, ਮਤਲਬ ਕਿ ਬਟਿਆਂ ਵਾਲੇ ਵੈਲਿਊਜ਼ ਵੀ ਹੋਣਗੀਆਂ, ਬਿਨਾਂ ਬਟਿਆਂ ਤੋਂ ਵੀ ਹੋਣਗੀਆਂ, ਸਕੇਅਰ ਵੀ ਹੋਣਗੇ, ਕਿਊਬ ਵੀ ਹੋਣਗੇ, ਰੂਟ ਵੀ ਹੋਣਗੇ। ਸਾਰੇ ਦੇ ਸਾਰੇ ਕੁਐਸਚਨ ਹੋਣਗੇ ਅੱਜ ਵਾਲੀ ਵੀਡੀਓ ਦੇ ਵਿੱਚ, ਠੀਕ ਹੈ ਜੀ। ਮਿਕਸ ਕੁਐਸਚਨ ਹੋਣਗੇ ਸਿੰਪਲੀਫਿਕੇਸ਼ਨ ਦੇ, ਜਿਹੜੇ ਐਗਜ਼ਾਮ ਦੇ ਵਿੱਚ ਆਉਂਦੇ ਵੀ, ਠੀਕ ਹੈ ਜੀ। ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਜੀ ਬੋਰਡ ਮਾਸ। ਕਈਆਂ ਨੂੰ ਬੋਰਡ ਮਾਸ ਬਹੁਤ ਭੈੜਾ ਲੱਗਦਾ ਵੀ ਇਹ ਕਦੇ ਸਮਝ ਨਹੀਂ ਆਉਂਦਾ। ਮੈਂ ਤੁਹਾਨੂੰ ਗੱਲ ਦੱਸਦਾ, ਇੱਕ ਛੋਟੀ ਜਿਹੀ ਐਗਜ਼ਾਮਪਲ ਲੈਣਾ, ਫਿਰ ਮੈਂ ਤੁਹਾਨੂੰ ਸਮਝਾਉਂਗਾ ਅਸਲ ਦੇ ਵਿੱਚ ਬੋਰਡ ਮਾਸ ਹੁੰਦਾ ਕੀ ਹੈ। ਮੰਨ ਲਓ ਜਿਵੇਂ 3 × 5 ਪਲੱਸ 7, ਠੀਕ ਆ। ਹੁਣ ਆਪਣੇ ਕੋਲ ਇੱਕ ਸਮ ਆ 3 × 5 + 7। ਇਹਨੂੰ ਦੋ ਤਰੀਕਿਆਂ ਨਾਲ ਕੀਤਾ ਜਾ ਸਕਦਾ। ਫਸਟ ਤਰੀਕਾ ਕੀ ਆ, ਮੈਂ ਕੀ ਕੀਤਾ, ਪਹਿਲਾਂ 5 ਤੀਏ 15, ਫਿਰ ਉਹਦੇ ਵਿੱਚ 7 ਐਡ ਕਰਤੇ, ਕਿੰਨੇ ਹੋ ਗਏ 22। ਦੂਸਰਾ ਤਰੀਕਾ ਕੀ ਹੈ ਜੀ, ਮੈਂ ਇਹੀ ਸਮ ਕਿਵੇਂ ਕਰਦਾ, ਪਹਿਲਾਂ ਐਡ ਕਰ ਲੈਂਦਾ, 7 5 ਕਿੰਨੇ ਹੋ ਜਾਂਦੇ ਜੀ 12, ਤੇ ਬਾਹਰੋਂ ਤੀਆ ਕਿੰਨਾ ਆਣਾ ਸੀ 36। ਦੇਖੋ ਮੇਰੇ ਹਿਸਾਬ ਨਾਲ ਇਹ 'ਚ ਕੋਈ ਗਲਤੀ ਨਹੀਂ ਹੈ ਨਾ। ਕੋਈ ਬੱਚਾ ਪਹਿਲਾਂ ਮਲਟੀਪਲਾਈ ਕਰ ਸਕਦਾ, ਕੋਈ ਪਹਿਲਾਂ ਪਲੱਸ ਕਰ ਸਕਦਾ, ਬਟ ਚੱਕਰ ਇਹ ਹੈ ਵੀ ਜੇ ਮਲਟੀਪਲਾਈ ਕਰਦੇ ਤਾਂ ਆਨਸਰ ਆਉਂਦਾ 22, ਜੇ ਪਹਿਲਾਂ ਪਲੱਸ ਕਰਦੇ ਤਾਂ ਆਨਸਰ ਆਉਂਦਾ 36। ਹੁਣ ਇਹਦੇ 'ਚ ਸਹੀ ਕਿਹੜਾ, ਮੈਥ ਜਿਹੜਾ ਸਹੀ ਉਹ ਇਹਨੂੰ ਮੰਨਦਾ ਪਾਈ ਹੈ। ਮੈਥ ਕੀ ਕਹਿੰਦਾ, ਪਹਿਲਾਂ ਕੀ ਹੋਊਗੀ, ਮਲਟੀਪਲਾਈ ਹੋਊਗੀ, ਤੇ ਉਹ ਪਤਾ ਕਿੱਥੋਂ ਲੱਗੂਗਾ, ਕਿਉਂ ਹੋਊਗੀ, ਇਹ ਚੀਜ਼ ਵਾਲੇ ਪਾਸੇ ਇਹਨਾਂ ਨੂੰ ਜਾਣਾ। ਆਪਾਂ ਸਿਰਫ ਇਹ ਵੇਖਣਾ ਵੀ ਉਹ ਪਤਾ ਕਿੱਥੋਂ ਲੱਗੂਗੀ, ਪਹਿਲਾਂ ਮਲਟੀਪਲਾਈ ਹੋਊਗੀ, ਡਿਵਾਈਡ ਹੋਊਗਾ, ਉਹ ਚੀਜ਼ ਦੱਸਦਾ ਆਪਾਂ ਨੂੰ ਬੋਰਡ ਮਾਸ। ਬਸ ਆਹ ਚੀਜ਼ ਸਿੱਖੀ ਹੈ। ਹੁਣ ਦੇਖੋ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੱਤੀ ਸੀ, ਜੇ ਆਪਾਂ ਪਹਿਲਾਂ ਮਲਟੀਪਲਾਈ ਕਰਦੇ ਤਾਂ ਆਨਸਰ ਆਉਂਦਾ 22, ਜੇ ਪਹਿਲਾਂ ਪਲੱਸ ਕਰਦੇ ਤਾਂ ਆਨਸਰ ਆਉਂਦਾ 36, ਬਟ 36 ਆਨਸਰ ਗਲਤ ਆ, 22 ਸਹੀ ਹੈ। ਇਹ ਚੀਜ਼ ਕਿੱਥੋਂ ਪਤਾ ਲੱਗੀ, ਬੋਰਡ ਮਾਸ ਤੋਂ ਪਤਾ ਲੱਗਦੀ ਆ ਵੀ ਆਪਾਂ ਪਹਿਲਾਂ ਪਲੱਸ ਨਹੀਂ ਕਰਨਾ, ਆਪਾਂ ਪਹਿਲਾਂ ਕੀ ਕਰਨੀ ਆ, ਮਲਟੀਪਲਾਈ ਕਰਨੀ ਆ। ਇਹੀ ਚੀਜ਼ ਬੋਰਡ ਮਾਸ ਦਾ। ਹੁਣ ਆਪਾਂ ਬੋਰਡ ਮਾਸ ਦੀ ਗੱਲ ਨੂੰ ਕਲੀਅਰ ਕਰਦੇ ਹਾਂ ਧਿਆਨ ਨਾਲ, ਕੱਲੀ ਕੱਲੀ ਚੀਜ਼ ਦੇਖੋ। ਬੋਰਡ ਮਾਸ, ਬੀ ਦਾ ਮਤਲਬ ਆ ਬ੍ਰੈਕਟ। ਸਭ ਤੋਂ ਪਹਿਲਾਂ ਤੁਸੀਂ ਬ੍ਰੈਕਟ ਸੋਲਵ ਕਰਨੀ ਹੈ। ਅਸਲ ਦੇ ਵਿੱਚ ਬ੍ਰੈਕਟ ਕੋਈ ਸਾਈਨ ਨਹੀਂ ਹੁੰਦਾ, ਬ੍ਰੈਕਟ ਦਾ ਮਤਲਬ ਹੁੰਦਾ ਵੀ ਜੋ ਵੀ ਵੈਲਿਊ ਬ੍ਰੈਕਟ ਦੇ ਵਿੱਚ ਪਈ ਆ ਤੁਸੀਂ ਪਹਿਲਾਂ ਉਹ ਸੋਲਵ ਕਰਨੀ, ਭਾਵੇਂ ਪਲੱਸ ਵਾਲੀ ਆ, ਮਾਈਨਸ ਵਾਲੀ ਆ, ਆਫ ਆ, ਕੁਝ ਵੀ ਆ, ਡਿਵਾਈਡ, ਮਾਈਨਸ, ਪਲੱਸ, ਕੁਝ ਵੀ ਹੋਵੇ। ਸਭ ਤੋਂ ਪਹਿਲਾਂ ਤੁਸੀਂ ਬ੍ਰੈਕਟ ਵਾਲੀ ਵੈਲਿਊ ਨੂੰ ਸੋਲਵ ਕਰਨਾ, ਬਾਕੀ ਕੰਮ ਬਾਅਦ ਚ ਕਰਨਾ। O ਦਾ ਮਤਲਬ ਹੁੰਦਾ ਜੀ ਆਫ। ਆਫ ਦਾ ਮਤਲਬ ਹੀ ਅਸਲ ਦੇ ਵਿੱਚ ਮਲਟੀਪਲਾਈ ਹੀ ਹੁੰਦਾ, ਬਟ ਉਹ ਬਾਅਦ ਚ ਸਮਝਾਉਂਦਾ ਇੱਕ ਮਿੰਟ। ਡੀ ਤੇ ਡਿਵਾਈਡ, ਐਮ ਤੇ ਮਲਟੀਪਲਾਈ, ਪਲੱਸ ਤੇ ਸਬਟ੍ਰੈਕਸ਼ਨ, ਮਾਈਨਸ, ਠੀਕ ਹੈ ਜੀ। ਦੇਖੋ ਸਭ ਤੋਂ ਪਹਿਲਾਂ ਬ੍ਰੈਕਟ ਸੋਲਵ ਹੁੰਦੀ ਆ, ਫਿਰ ਆਫ ਸੋਲਵ ਹੁੰਦਾ, ਫਿਰ ਡਿਵਾਈਡ ਸੋਲਵ ਹੁੰਦੀ ਆ, ਫਿਰ ਮਲਟੀਪਲਾਈ ਸੋਲਵ ਹੁੰਦੀ ਆ, ਫਿਰ ਪਲੱਸ ਸੋਲਵ ਹੁੰਦਾ, ਫਿਰ ਮਾਈਨਸ ਸੋਲਵ ਹੁੰਦਾ। ਕੋਈ ਵੀ ਐਗਜ਼ਾਮਪਲ ਲੈ ਲਈਏ ਆਪਾਂ, ਮੰਨ ਲਓ 5 + 2 ਡਿਵਾਈਡ 14, ਆਫ ਤੁਸੀਂ ਮੰਨ ਲਓ ਕੁਛ ਵੀ 2, ਤੇ ਉਸ ਤੋਂ ਬਾਅਦ ਪਲੱਸ 7 ਮਾਈਨਸ, ਜਾਂ ਇੱਕ ਮਲਟੀਪਲਾਈ ਲਿਖ ਲਓ 3। ਹੁਣ ਦੇਖੋ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਬੋਰਡ ਮਾਸ ਦੇ ਅਕੋਰਡਿੰਗ ਆਪਾਂ ਇਹਨੂੰ ਸੋਲਵ ਕਰਨਾ, ਤਾਂ ਸਭ ਤੋਂ ਪਹਿਲਾਂ ਦੇਖੋ ਵੀ ਆ ਬ੍ਰੈਕਟ ਆ, ਬ੍ਰੈਕਟ ਦੇ ਵਿੱਚ ਪਲੱਸ ਪਿਆ, ਤੁਸੀਂ ਇਹ ਦੇਖਣਾ ਵੀ ਪਲੱਸ ਤਾਂ ਇਸ ਨੰਬਰ ਤੇ ਆ, ਵੀ ਇੱਥੇ ਸਭ ਤੋਂ ਪਹਿਲਾਂ ਤਾਂ ਡਿਵਾਈਡ ਆਉਂਦੀ ਹੈ, ਫਿਰ ਮਲਟੀਪਲਾਈ ਆਉਂਦੀ ਨਾ। ਤੁਸੀਂ ਦੇਖੋ ਪਹਿਲਾਂ ਬ੍ਰੈਕਟ ਆ, ਬ੍ਰੈਕਟ ਦੇ ਵਿੱਚ ਜੋ ਆ ਪਹਿਲਾਂ ਉਹ ਸੋਲਵ ਹੋਊਗਾ। ਇਹ ਕਿੰਨਾ ਹੋ ਜਾਊਗਾ 7 ਹੋ ਜਾਊਗਾ, ਫਿਰ ਡਿਵਾਈਡ 14 ਆਫ 2 + 7 × 3। ਹੁਣ ਦੇਖੋ ਵੀ ਬ੍ਰੈਕਟ ਤੋਂ ਬਾਅਦ ਵਾਰੀ ਆਉਂਦੀ ਹੈ ਆਫ ਦੀ, ਆਫ ਆ ਪਿਆ। ਆਪਾਂ ਡਿਵਾਈਡ ਨਹੀਂ ਕਰ ਸਕਦੇ 7 ਨੂੰ 14 ਉੱਤੇ, ਪਹਿਲਾਂ ਆਪਾਂ 2 ਨੂੰ 14 ਨਾਲ ਆਪਾਂ ਮਲਟੀਪਲਾਈ ਕਰਾਂਗੇ, ਕਿਉਂਕਿ ਆਫ ਦਾ ਮਤਲਬ ਕੀ ਹੁੰਦਾ, ਮਲਟੀਪਲਾਈ ਹੁੰਦਾ, ਠੀਕ ਹੈ। ਤੇ ਇਹਨੂੰ ਮਲਟੀਪਲਾਈ ਕਰਾਂਗੇ ਤਾਂ ਆਪਾਂ ਕਿੰਨਾ ਆ ਜਾਊਗਾ ਆਪਣੇ ਕੋਲੇ 28 ਡਿਵਾਈਡ 7 ਡਿਵਾਈਡ 28 + 7 × 3।
ਹੁਣ ਦੇਖੋ ਆਪਣੇ ਕੋਲ ਤਿੰਨ ਸਾਈਨ ਬਚ ਗਏ, ਇੱਕ ਡਿਵਾਈਡ ਦਾ, ਇੱਕ ਪਲੱਸ ਦਾ, ਇੱਕ ਮਲਟੀਪਲਾਈ ਦਾ। ਤਾਂ ਇਹਨਾਂ ਤਿੰਨਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਕਿਹਦੀ ਵਾਰੀ ਆਉਂਦੀ ਹੈ? ਡਿਵਾਈਡ ਦੀ ਵਾਰੀ ਆਉਂਦੀ। ਤੇ ਇਹਨਾਂ ਦੋਵਾਂ ਨੂੰ ਡਿਵਾਈਡ ਕਰ ਲਓ। 7 ਨੂੰ 28 ਤੇ ਡਿਵਾਈਡ ਕਰੋਗੇ ਤੁਸੀਂ ਤਾਂ ਕਿੰਨਾ ਆ ਜਾਊਗਾ? 1/4। ਕਿੰਨਾ ਆ ਗਿਆ? 1/4। ਫਿਰ ਪਲੱਸ 7 ਸੀਗਾ, ਫਿਰ ਇੰਟੂ 3 ਸੀਗਾ, ਫਿਰ ਮਲਟੀਪਲਾਈ ਹੋਊਗੀ, ਫਿਰ ਪਲੱਸ ਹੋਊਗਾ। ਪਹਿਲਾਂ ਮਲਟੀਪਲਾਈ ਕਰ ਲਓ, ਇੱਥੇ ਪਲੱਸ ਸੀਗਾ, ਸੌਰੀ 7 ਹੀ ਆ, ਕਿੰਨਾ ਹੋ ਗਿਆ? 21। ਤੇ 21 ਦੇ ਵਿੱਚ ਆਪਾਂ 1/4 ਜੋੜਾਂਗੇ ਤਾਂ ਆਪਣਾ ਆਂਸਰ ਕਿੰਨਾ ਆ ਜਾਊਗਾ? 21 ਸਹੀ 1/4 ਆਪਣਾ ਆਂਸਰ ਆ ਗਿਆ। ਠੀਕ ਹੈ, ਬਸ ਇਸੇ ਤਰੀਕੇ ਦਾ ਅੱਜ ਆਪਾਂ ਸਮ ਕਰਨੇ ਆ। ਟੈਨਸ਼ਨ ਨਾ ਲਓ, ਜੇ ਨਹੀਂ ਸਮਝ ਆਇਆ ਤਾਂ ਅੱਗੇ ਆਪਣੇ ਕੋਲ 10-12 ਸਮ ਕੱਲੀ ਕੱਲੀ ਗੱਲ ਕਲੀਅਰ ਹੋ ਜੂਗੀ ਤੁਹਾਡੀ ਵੀ। ਪਹਿਲਾਂ ਕਿਹੜੀ ਚੀਜ਼ ਵਰਤ ਜਾਂਦੀ, ਬਾਅਦ 'ਚ ਜਿਹੜੀ ਮੈਂ ਦੁਬਾਰਾ ਦੱਸ ਦਿੰਦਾ। ਸਭ ਤੋਂ ਪਹਿਲਾਂ ਬ੍ਰੈਕਟ ਸੋਲਵ ਹੁੰਦੀ ਆ, ਫਿਰ ਆਫ ਸੋਲਵ ਹੁੰਦਾ। ਆਫ ਦਾ ਮਤਲਬ ਵੀ ਮਲਟੀਪਲਾਈ ਹੁੰਦਾ, ਬਟ ਆਫ ਵਾਲੀ ਮਲਟੀਪਲਾਈ ਪਹਿਲਾਂ ਹੁੰਦੀ ਆ, ਆਹ ਵਾਲੀ ਮਲਟੀਪਲਾਈ ਆ। ਡੀ ਦਾ ਮਤਲਬ ਡਿਵਾਈਡ, ਫਿਰ ਮਲਟੀਪਲਾਈ, ਫਿਰ ਪਲੱਸ, ਫਿਰ ਮਾਈਨਸ। ਠੀਕ ਹੈ ਜੀ, ਇਹਨਾਂ ਗੱਲਾਂ ਦਾ ਖਿਆਲ ਰੱਖਣਾ। ਇਹ ਗੱਲ ਕਹਿੰਦਾ ਜੀ ਆਪਾਂ ਨੂੰ ਬੋਲਣਾ। ਬਾਕੀ ਅੱਗੇ ਆਪਾਂ ਕੁਐਸਚਨ ਕਰਦੇ ਹਾਂ, ਗੱਲਾਂ ਕਲੀਅਰ ਹੋ ਹੀ ਜਾਣਗੀਆਂ। ਲਾਸਟ ਤੋਂ ਲਾਸਟ ਵੀਡੀਓ ਦੇ ਵਿੱਚ ਫ੍ਰੈਕਸ਼ਨ ਦੀ ਫਸਟ ਵੀਡੀਓ 'ਚ ਆਪਾਂ ਪਲੱਸ ਮਾਈਨਸ ਵਾਲੇ ਫ੍ਰੈਕਸ਼ਨ ਵਾਲੇ ਸਮ ਕੀਤੇ ਸੀ। ਇਹ ਅੱਜ ਉਸੇ ਨਾਲ ਦੇ ਦੋ ਸਮ ਹੈਗੇ ਆ, ਬੇਸਿਕ ਜਿਹਾ ਆਪਾਂ ਗੱਲ ਕਰਦੇ ਹਾਂ। ਦੇਖੋ, ਜੇ ਤੁਸੀਂ ਫਸਟ ਵੀਡੀਓ ਨਹੀਂ ਦੇਖੀ ਫ੍ਰੈਕਸ਼ਨ ਦੀ ਤਾਂ ਜ਼ਰੂਰ ਦੇਖ ਲਓ, ਕਿਉਂਕਿ ਆਹ ਸਮ ਦੇ ਵਿੱਚ ਮੈਂ ਉਹੀ ਤਰੀਕਾ ਵਰਤਣ ਲੱਗਿਆ ਜਿਹੜਾ ਮੈਂ ਉਹਦੇ ਵਿੱਚ ਦੱਸਿਆ ਸੀਗਾ। ਪਲੱਸ ਦੇ ਵਿੱਚ ਆ, ਇੱਥੇ ਆਪਾਂ ਇਸ ਕੁਐਸਚਨ ਮਾਰਕ ਦੀ ਵੈਲਿਊ ਕੱਢਣੀ ਆ ਤੇ ਇੱਧਰਲੇ ਪਾਸੇ ਹੈਗਾ ਇਕੁਅਲ ਦੇ ਦੂਸਰੀ ਸਾਈਡ 13 ਸਹੀ 2/5। ਆਪਾਂ ਕੀ ਕਰਾਂਗੇ, ਆ ਤਿੰਨੇ ਟਰਮਾਂ ਨੂੰ ਐਡ ਕਰ ਲਾਂਗੇ ਕਿਉਂਕਿ ਸਾਰਿਆਂ 'ਚ ਪਲੱਸ ਆ, ਤੇ ਇਹਨੂੰ ਦੂਸਰੀ ਸਾਈਡ ਵੱਲ ਜਾ ਕੇ ਮਾਈਨਸ ਕਰ ਦਾਂਗੇ ਤਾਂ ਆਪਣੀ ਕੁਐਸਚਨ ਮਾਰਕ ਦੀ ਵੈਲਿਊ ਆ ਜਾਊਗੀ। ਠੀਕ ਹੈ, ਤੇ ਐਡ ਕਿਵੇਂ ਕਰਨਾ ਸੀ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਆ ਫਸਟ ਵਾਲੇ ਪਹਿਲਾਂ ਐਡ ਕਰ ਲਓ। 7 ਤੇ 3 ਕਿੰਨਾ ਹੋ ਗਿਆ? 10। 10 ਤੇ 2 ਕਿੰਨਾ? ਸੌਰੀ 4 ਤੇ 3 ਹੋ ਗਿਆ 7। 7 ਤੇ 2 ਕਿੰਨਾ ਹੋ ਗਿਆ? 9। ਤੇ ਕੀ ਬਚਿਆ ਜੀ ਆਪਣੇ ਕੋਲ? 1/2, 1/6 ਤੇ ਇਹਦੇ ਨਾਲ ਕੀ ਸੀਗਾ? 1/3। ਇਹ ਕੁਐਸਚਨ ਮਾਰਕ ਦੀ ਟੈਨਸ਼ਨ ਨਹੀਂ ਲੈਣੀ, ਇਹ ਪਲੱਸ 'ਚ ਪਿਆ ਤੇ ਇਹਨੂੰ ਉਦਾਂ ਹੀ ਪਿਆ ਰਹਿਣ ਦਿਓ। ਠੀਕ ਹੈ ਜੀ, ਇਹਨੂੰ ਆਪਾਂ ਐਡ ਨਹੀਂ ਕਰਨਾ, ਇਹਨੂੰ ਸਾਈਡ ਤੇ ਰਹਿਣ ਦਿਓ। ਹੁਣ ਆਪਾਂ ਇਹਨੂੰ ਸੋਲਵ ਕਰਦੇ ਹਾਂ। ਐਲਸੀਐਮ ਆ ਗਿਆ ਜੀ ਆਪਣੇ ਕੋਲ 6। 6 ਨੂੰ 2 ਤੇ ਡਿਵਾਈਡ ਕੀਤਾ 3, 6 ਨੂੰ 6 ਤੇ ਡਿਵਾਈਡ ਕੀਤਾ 1, 6 ਨੂੰ 2 3 ਤੇ ਡਿਵਾਈਡ ਕੀਤਾ 2। ਕੁਐਸਚਨ ਮਾਰਕ ਉਦਾਂ ਹੀ ਆ ਗਿਆ 13 ਸਹੀ 2/5। 9 3 ਤੇ 1 4 ਤੇ 2 6/6 ਪਲੱਸ ਕੁਐਸਚਨ ਮਾਰਕ ਇਜ਼ ਇਕੁਅਲ ਟੂ 13 ਸਹੀ 2/5। 6 ਨੂੰ 6 ਤੇ ਕੈਂਸਲ ਕੀਤਾ 1। ਤੇ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਆ ਇੱਕ ਕਦੇ ਵੀ ਆਪਸ ਵਿੱਚ ਮਲਟੀਪਲਾਈ ਨਹੀਂ ਹੁੰਦੇ, ਪਲੱਸ ਹੁੰਦੇ। ਜੇ ਅੰਦਰਲੀ ਵੈਲਿਊ ਪਲੱਸ ਆ ਤਾਂ ਪਲੱਸ ਕਰ ਦਿਓ, ਜੇ ਮਾਈਨਸ ਆ ਤਾਂ ਮਾਈਨਸ ਕਰ ਦਿਓ। ਤੇ ਜਦੋਂ ਹੁਣ ਆਪਾਂ ਇਹ 1 ਨੂੰ 9 ਦੇ ਵਿੱਚ ਪਲੱਸ ਕਰਾਂਗੇ ਤਾਂ ਕਿੰਨਾ ਬਣ ਜਾਊਗਾ? 10 ਪਲੱਸ ਕੁਐਸਚਨ ਮਾਰਕ ਇਜ਼ ਇਕੁਅਲ ਟੂ 13 ਸਹੀ 2/5। ਹੁਣ ਇਹ 10 ਆਪਣੇ ਕੋਲ ਇੱਧਰ ਪਲੱਸ ਦਾ, ਇਹਦੇ ਮੂਹਰਲਾ ਸਾਈਨ ਦੇਖਣਾ ਦਾ, ਕਦੇ ਵੀ ਪਿਛਲਾ ਸਾਈਨ ਦੇਖਣਾ। ਇਸ ਤੋਂ ਅੱਗੇ ਸਾਈਨ ਦੇਖੋ ਕਿਹੜਾ, ਜਿਹਦੇ ਨਾਲ ਕੋਈ ਸਾਈਨ ਨਹੀਂ ਹੁੰਦਾ, ਪਲੱਸ ਦਾ ਹੁੰਦਾ। ਜਿਹੜਾ ਇਹ ਪਲੱਸ ਸਾਈਨ ਆ ਉਹ ਇਹਦਾ ਕੁਐਸਚਨ ਮਾਰਕ ਦਾ। ਠੀਕ ਹੈ, ਜੇ ਮੰਨ ਲਓ ਇੱਥੇ ਮਾਈਨਸ ਹੁੰਦੀ ਤਾਂ 10 ਮਾਈਨਸ ਦਾ ਨਹੀਂ ਹੋਣਾ ਸੀ, ਮਾਈਨਸ ਦਾ ਕੁਐਸਚਨ ਮਾਰਕ ਹੋਣਾ ਸੀ, 10 ਫਿਰ ਵੀ ਪਲੱਸ ਦਾ ਹੀ ਹੋਣਾ ਸੀਗਾ। ਠੀਕ ਹੈ, ਇਹ ਗੱਲ ਦਾ ਖਿਆਲ ਰੱਖਣਾ, ਸਾਈਨ ਅੱਗੇ ਲੱਗਿਆ ਹੁੰਦਾ ਹਮੇਸ਼ਾ। ਇਹ 10 ਪਲੱਸ ਦਾ ਦੂਸਰੀ ਸਾਈਡ ਜਾ ਕੇ ਕੀ ਹੋ ਜਾਊਗਾ? ਮਾਈਨਸ ਦਾ ਹੋ ਜਾਊਗਾ। ਇੱਧਰਲੇ ਪਾਸੇ ਆਪਣੇ ਕੋਲ ਕੁਐਸਚਨ ਮਾਰਕ 13 ਸਹੀ 2/5 ਦੇ ਵਿੱਚ ਜਦੋਂ 10 ਮਾਈਨਸ ਕਰਾਂਗੇ, ਦੇਖੋ ਮੈਨੂੰ ਦੱਸਿਆ ਸੀ ਵੀ ਜਦੋਂ ਆ ਫਸਟ ਵਾਲੇ ਆਪਾਂ ਐਡ ਕਰ ਸਕਦੇ ਹਾਂ ਤਾਂ ਮਾਈਨਸ ਵੀ ਕਰ ਸਕਦੇ ਹਾਂ। ਇੱਧਰ 13 ਆਪਣੇ ਕੋਲ, ਇੱਥੇ 10 ਆ, ਤੇ 13 ਚੋਂ 10 ਮਾਈਨਸ ਕੀਤੇ ਕਿੰਨੇ ਰਹਿ ਗਏ ਜੀ? 3। ਤੇ ਆ 2/5 ਜਿਹੜਾ ਨਾਲ ਸੀਗਾ ਉਹ ਉਦਾਂ ਹੀ ਨਾਲ ਆ ਗਿਆ, ਕਿਉਂਕਿ ਇਹਨੂੰ ਆਪਾਂ ਮਾਈਨਸ ਕਿਸੇ ਚੋਂ ਆਪਾਂ ਨਹੀਂ ਕਰ ਸਕਦੇ। ਠੀਕ ਹੈ ਜੀ, ਆ ਆਪਣਾ ਆਨਸਰ ਆ ਗਿਆ 3 ਸਹੀ 2/5 ਆਪਣਾ ਆਨਸਰ ਆ ਗਿਆ। ਠੀਕ ਹੈ, ਜੇ ਨਹੀਂ ਸਮਝ ਲੱਗਿਆ ਤਾਂ ਫ੍ਰੈਕਸ਼ਨ ਦੀ ਫਸਟ ਵੀਡੀਓ ਜ਼ਰੂਰ ਦੇਖੋ, ਫਿਰ ਤੁਹਾਨੂੰ ਆ ਤਰੀਕਾ ਸਮਝ ਆ ਜਾਊਗਾ। ਜੇ ਇਦਾਂ ਨਹੀਂ ਕਰਨਾ ਤਾਂ ਉਹ 4 ਦੂਣੀ 8 ਤੇ 1 9/2 ਤੇ 6 ਤੀਏ 18 ਤੇ 1 19/6, 3 ਦੂਣੀ 6 ਤੇ 1 7/3, ਇਹਨਾਂ ਸਾਰਿਆਂ ਨੂੰ ਜੋੜੋ, ਫਿਰ ਦੂਸਰੀ ਸਾਈਡ ਜਾ ਕੇ ਮਾਈਨਸ ਕਰੋ, ਆਨਸਰ ਫਿਰ ਵੀ ਤੁਹਾਡਾ ਕਿੰਨਾ ਆ ਜਾਊਗਾ? 3 ਸਹੀ 2/5। ਬਾਕੀ ਗੱਲ ਇਹ ਤੋਂ ਕਲੀਅਰ ਹੋਰ ਹੋ ਜਾਊਗੀ। ਹੁਣ ਦੇਖੋ ਵੀ ਇੱਥੇ ਆਪਣੇ ਕੋਲ ਕੁਐਸਚਨ ਮਾਰਕ ਆ, ਇਕੁਅਲ ਇੱਥੇ ਆ, ਇੱਧਰਲੇ ਪਾਸੇ ਦੋ ਟਰਮਾਂ ਨੇ, ਇੱਧਰਲੇ ਪਾਸੇ ਤੀਸਰੀ ਟਰਮ ਆ। ਹੁਣ ਜਾਂ ਤਾਂ ਤੁਸੀਂ ਇਹ ਕਰ ਸਕਦੇ ਹੋ ਕਿ ਪਹਿਲਾਂ 4 ਸਹੀ 3/7 ਦੇ ਵਿੱਚੋਂ 1 ਸਹੀ 3/14 ਮਾਈਨਸ ਕਰ ਦਿਓ, ਜਿਹੜੀ ਵੈਲਿਊ ਬਣੂਗੀ ਉਹਨੂੰ ਉਹਦੇ ਵਿੱਚੋਂ ਆਹ ਵਾਲੀ ਵੈਲਿਊ ਦੂਸਰੀ ਸਾਈਡ ਜਾ ਕੇ ਮਾਈਨਸ ਕਰ ਦਿਓ, ਜਾਂ ਫਿਰ ਤਿੰਨਾਂ ਨੂੰ ਇਕੱਠਿਆਂ ਨੂੰ ਇੱਕੇ ਵਾਰੀ 'ਚ ਸੋਲਵ ਕਰ ਲਓ। ਆਪਾਂ ਇੱਕੇ ਵਾਰੀ 'ਚ ਸੋਲਵ ਕਰਦੇ ਹਾਂ। 4 ਸਹੀ 3/7 ਮਾਈਨਸ 1 ਸਹੀ 3/14, ਜਿਹੜੀ ਇੱਧਰਲੇ ਪਾਸੇ ਆ ਵੈਲਿਊ ਪਲੱਸ 'ਚ ਪਈ ਆ 2 ਸਹੀ 3/28, ਉਹ ਇੱਧਰਲੀ ਸਾਈਡ ਆ ਕੇ ਇੱਧਰੋਂ ਇੱਧਰਲੀ ਸਾਈਡ ਆ ਕੇ ਕਾਹਦੀ ਹੋ ਜੂਗੀ? ਮਾਈਨਸ ਦੀ, ਕਿਉਂਕਿ ਇੱਥੇ ਕਾਹਦੀ ਆ? ਪਲੱਸ। ਤਾਂ ਮਾਈਨਸ ਕਿੰਨਾ ਹੋ ਜਾਊਗਾ? 2 ਸਹੀ 3/28। ਤੇ ਇੱਧਰਲੇ ਪਾਸੇ ਕੀ ਰਹਿ ਗਿਆ? ਇਕੱਲਾ ਕੁਐਸਚਨ ਮਾਰਕ। ਦੇਖੋ ਆਪਣੇ ਕੋਲ ਇੱਧਰਲੇ ਪਾਸੇ ਦੋ ਟਰਮਾਂ ਸੀ, ਇੱਕ ਕੁਐਸਚਨ ਮਾਰਕ ਸੀ, ਇੱਕ ਸੀਗਾ 2 ਸਹੀ 3/28। ਇੱਕ ਮਿੰਟ ਯਾਰ, ਰੰਗ ਬਦਲ ਗਈ, ਚਿੱਟਾ ਚਿੱਟਾ ਜਿਹਾ ਹੋਈ ਜਾਂਦਾ। ਇੱਕ ਸੀ ਆਪਣੇ ਕੋਲੇ ਕੁਐਸਚਨ ਮਾਰਕ, ਦੂਸਰਾ ਸੀਗਾ 2 ਸਹੀ 3/28। ਇਹ ਪਲੱਸ ਦਾ ਸੀ, ਮੈਂ ਇੱਧਰ ਲਿਆ ਕੇ ਕਾਹਦਾ ਕਰ ਲਿਆ? ਮਾਈਨਸ ਦਾ। ਤੇ ਇੱਧਰ ਕੀ ਰਹਿ ਗਿਆ? ਇਕੱਲਾ ਕੁਐਸਚਨ ਮਾਰਕ। ਹੁਣ ਬਾਕੀ ਕੰਮ ਤੁਹਾਨੂੰ ਪਤਾ ਹੀ ਹੈ ਜੀ, ਜਿਵੇਂ ਆਹ ਕੀਤਾ ਸੀ ਆਪਾਂ, ਬਾਹਰਲਿਆਂ ਜੋ ਬਾਹਰਲੇ ਮਾਈਨਸ ਕਰ ਲਓ, ਇੱਥੇ ਪਲੱਸ ਸੀ ਪਲੱਸ ਕਰ ਲਏ, ਇੱਥੇ ਮਾਈਨਸ ਮਾਈਨਸ ਕਰ ਲਓ। 4 ਚੋਂ 1 ਮਾਈਨਸ ਕੀਤਾ 3, ਤਿੰਨਾਂ ਦੇ ਵਿੱਚੋਂ ਫਿਰ 2 ਮਾਈਨਸ ਕੀਤੇ, ਕਿੰਨਾ ਰਹਿ ਗਿਆ? 1। ਬਾਕੀ ਕੀ ਬਚਿਆ? 3/7 ਮਾਈਨਸ 3/14 ਮਾਈਨਸ 3/28।
ਜਿਹੜੇ ਬਾਕੀ ਬਟਿਆਂ ਵਾਲੀਆਂ ਵੈਲਿਊ ਸੀ ਉਹ ਆਪਾਂ ਅੱਡ ਲਿਖ ਲਈਆਂ। 4 ਚੋਂ 1 ਮਾਈਨਸ ਕੀਤਾ 3, 3 ਚ 2 ਮਾਈਨਸ ਕੀਤੇ ਕਿੰਨੇ ਰਹਿ ਗਏ 1। ਇਹ ਆਪਾਂ ਮਾਈਨਸ ਕਰ ਕੱਟ ਲਿਖ ਲਿਆ, 1 ਉਦਾਂ ਹੀ ਆ ਗਿਆ। ਐਲਸੀਐਮ ਲੈ ਲਿਆ ਜੀ 28। 28 ਨੂੰ 7 ਤੇ ਡਿਵਾਈਡ ਕੀਤਾ 4, 4 ਤੀਏ 12। 28 ਨੂੰ 14 ਡਿਵਾਈਡ ਕੀਤਾ 2, 3 ਦੂਣੀ 6। 28 ਨੂੰ 28 ਤੇ ਡਿਵਾਈਡ ਕੀਤਾ 1, 3 ਏਕਮ 3। ਇਹ ਚੀਜ਼ ਜੇ ਨਹੀਂ ਸਮਝ ਲੱਗੀ ਵੀ ਮੈਂ ਆਹ ਕੀ ਕੀਤਾ, ਇਹ ਫਸਟ ਵੀਡੀਓ ਜ਼ਰੂਰ ਦੇਖੋ ਫ੍ਰੈਕਸ਼ਨ ਦੀ, ਫੇਰ ਹੀ ਸਮਝ ਲੱਗੂਗੀ। ਮੈਂ ਵਾਰ-ਵਾਰ ਕਹਿ ਰਿਹਾ, ਠੀਕ ਹੈ। 12 ਚ 6 ਕੱਢੇ 6, 6 ਚੋਂ 3 ਕੱਢੇ ਕਿੰਨੇ ਰਹਿ ਗਏ ਆਪਣੇ ਕੋਲ 3। ਠੀਕ ਹੈ ਜੀ, ਮੈਂ ਤੁਹਾਨੂੰ ਦੱਸਿਆ ਹੋਇਆ ਫਸਟ ਵੀਡੀਓ ਦੇ ਵਿੱਚ ਵੀ 1 ਸਹੀ 3/28 ਬਚ ਗਿਆ ਆਪਣੇ ਕੋਲ। ਉੱਪਰਲੀ ਵੈਲਿਊ ਛੋਟੀ ਹੋਣੀ ਚਾਹੀਦੀ, ਇਹ ਗੱਲ ਦਾ ਖਿਆਲ ਰੱਖਣਾ। ਦੋਨੇ ਆਪਸ ਚ ਕੈਂਸਲ ਹੁੰਦੇ, ਕੈਂਸਲ ਕਰ ਦੋ। ਦੇਖੋ ਇਹ ਆਪਸ ਚ ਕੈਂਸਲ ਨਹੀਂ ਹੋ ਰਹੇ, 3/28 ਤੇ ਨਹੀਂ ਜਾਂਦਾ ਤੇ ਉੱਪਰਲੀ ਵੈਲਿਊ ਛੋਟੀ ਵੀ, ਤੇ ਇਹੀ ਆਪਣਾ ਆਨਸਰ। ਤਾਂ ਆਪਾਂ ਇਹਨੂੰ ਕੀ ਲਿਖ ਦਾਂਗੇ 1 ਸਹੀ 3/28 ਆਪਣੇ ਕੋਲ ਕੁਐਸਚਨ ਮਾਰਕ ਦੀ ਵੈਲਿਊ ਆ ਗਈ। ਆਹੀ ਆਪਣਾ ਆਨਸਰ। ਸਿੰਪਲ ਕੁਐਸਚਨ ਆ, ਕੋਈ ਜ਼ਿਆਦਾ ਔਖਾ ਕੰਮ ਹੈ ਨਹੀਂ ਸੀ। ਅਗਲਾ ਕੁਐਸਚਨ ਦੇਖਦੇ ਹਾਂ। ਹਾਂਜੀ, ਆ ਵੈਰੀ ਇੰਪੋਰਟੈਂਟ ਸਮ ਹੈ ਜੀ, ਪੇਪਰ ਚ ਆਇਆ ਹੋਇਆ ਜੀ। ਸਾਰੇ ਤਿੰਨੇ ਦੇ ਤਿੰਨੇ ਸਮ ਪੇਪਰ ਚ ਆਏ ਹੋਏ। ਜਦੋਂ ਵੀ ਤੁਹਾਨੂੰ ਇਸ ਤਰੀਕੇ ਨਾਲ ਲਗਾਤਾਰ ਡਿਵਾਈਡ ਮਿਲਦਾ ਜਾਵੇ, ਡਿਵਾਈਡ ਜਿਵੇਂ ਇੱਥੇ 1 2 3 ਡਿਵਾਈਡ ਹੋਣ, ਤਾਂ ਤੁਸੀਂ ਕੰਮ ਕੀ ਕਰਨਾ, ਸਾਰੀਆਂ ਦੀਆਂ ਸਾਰੀਆਂ ਟਰਮਾਂ ਬਟੇ 'ਚ ਲਿਖ ਲੈਣੀਆਂ। ਬਸ ਇੰਨੀ ਗੱਲ ਹੀ ਸਿਖਾਉਣੀ ਹੈ ਜੀ ਮੈਂ ਤੁਹਾਨੂੰ ਇਹਦੇ ਵਿੱਚ। ਇਹ 32 ਵੀ ਬਟੇ 'ਚ ਆ ਜਾਊਗਾ ਤੇ 8 ਇਸ ਦੇ ਨਾਲ ਇਸ ਤਰੀਕੇ ਨਾਲ ਮਲਟੀਪਲਾਈ 'ਚ ਬਟੇ 'ਚ ਆ ਜਾਊਗਾ। ਜਾਂ ਤੁਸੀਂ ਇਹਨੂੰ ਇਦਾਂ ਲਿਖ ਸਕਦੇ ਹੋ 1888 ਗੁਣਾ 1/32, ਕਿਉਂਕਿ ਬਟੇ 'ਚ ਆ, ਤੇ ਦੂਸਰੇ ਨੂੰ ਲਿਖ ਸਕਦੇ ਹੋ 1/8 ਕਿਉਂਕਿ ਉਹ ਵੀ ਕਾਹਦੇ 'ਚ ਆ, ਬਟੇ 'ਚ ਆ। ਗਲਤੀ ਨਾਲ ਵੀ ਕਈ ਬੱਚੇ ਨੂੰ ਇਦਾਂ ਕਰ ਲੈਂਦੇ ਆ 1888 ਬਟੇ 'ਚ 32 ਉਦੋਂ ਬਟੇ 'ਚ 8 ਤੇ ਇਹਨੂੰ ਉੱਪਰ ਲੈ ਜਾਂਦੇ ਆ। ਇਹ ਗਲਤੀ ਨਹੀਂ ਕਰਨੀ। ਜਦੋਂ ਲਗਾਤਾਰ ਡਿਵਾਈਡ ਆ ਨਾ, ਤੁਸੀਂ ਸਾਰੀਆਂ ਦੀ ਸਾਰੀਆਂ ਟਰਮਾਂ ਡਿਵਾਈਡ 'ਚ ਹੀ ਲਿਖ ਲੈਣੀਆਂ, ਠੀਕ ਹੈ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ। ਮੰਨ ਲਓ ਜੇ ਆਪਣੇ ਕੋਲ ਇਹਦੇ ਨਾਲ ਇੱਥੇ ਰਫ ਕਰ ਲਈਏ ਮਾੜਾ ਜਿਹਾ, ਤੁਹਾਨੂੰ ਗੱਲ ਸਮਝ ਆ ਜਾਊਗੀ। ਮੰਨ ਲਓ ਵੀ ਇਹਦੇ ਨਾਲ ਆਪਣੇ ਕੋਲ ਇੱਥੇ ਇਦਾਂ ਹੁੰਦਾ, ਡਿਵਾਈਡ 'ਚ 1 2 ਹੋਰ ਵੀ ਹੁੰਦਾ, ਤੇ ਤੁਸੀਂ ਇਹਨੂੰ ਨਾ ਇਸ ਤਰੀਕੇ ਨਾਲ ਨਹੀਂ ਲਿਖਣਾ ਸੀ 1888 ਬਟਾ 32 ਬਟਾ 8 ਬਟਾ 2। ਇੱਕ ਤਾਂ ਤਰੀਕਾ ਬਣ ਜਾਂਦਾ ਨਾ, ਸਾਰਿਆਂ ਨੂੰ ਬਟੇ 'ਚ ਲਿਖ ਲੈਣਾ। ਨਹੀਂ, ਇਹ ਗਲਤ ਆ। ਤੁਸੀਂ ਕੀ ਕਰਨਾ, ਇਸੇ ਤਰੀਕੇ ਨਾਲ ਹੀ ਇਹਦੇ ਬਟੇ 'ਚ 1 2 ਹੋਰ ਲਾ ਲੈਣਾ। ਵੀ ਜਦੋਂ ਲਗਾਤਾਰ ਡਿਵਾਈਡ ਚੱਲ ਰਹੀ ਹੈ, ਤੁਸੀਂ ਸਾਰੀਆਂ ਦੀਆਂ ਸਾਰੀਆਂ ਟਰਮਾਂ ਬਟੇ 'ਚ ਲਿਖਣੀਆਂ, ਇੱਧਰ ਉੱਧਰ ਨਹੀਂ ਲਿਖ ਜਾਣੀਆਂ, ਠੀਕ ਹੈ ਜੀ। ਇਹ ਗੱਲ ਦਾ ਖਿਆਲ ਰੱਖਣਾ, ਓਕੇ। ਫੇਰ ਹੀ ਤੁਹਾਡਾ ਆਨਸਰ ਆਊਗਾ। ਹੁਣ ਆ 2 ਆਪਣੇ ਕੋਲ ਹੈ ਨਹੀਂ ਸੀਗਾ, ਆਇਆ ਆਪਣੇ ਕੋਲੇ ਕੁਐਸਚਨ ਆ RS ਅਗਰਵਾਲ ਦੇ ਕੁਐਸਚਨ ਆਈ, ਤੁਸੀਂ ਚੈੱਕ ਕਰ ਸਕਦੇ ਹੋ ਕੱਲਾ ਕੱਲਾ ਕੁਐਸਚਨ। ਇਹਨੂੰ 8 ਦੇ ਟੇਬਲ ਤੇ ਕੈਂਸਲ ਕਰ ਲਓ ਜੀ। 8 ਤੋਂ 16 ਆ ਗਿਆ, 2 ਬਚ ਗਿਆ 28 ਹੋ ਗਿਆ, 8 ਤੀਆ 24 4 ਬਚ ਗਏ, 8 ਛੇ ਕਿੰਨਾ ਹੋ ਗਿਆ 48 ਹੋ ਗਿਆ, ਠੀਕ ਹੈ। ਜੇ ਤੁਸੀਂ ਸਿੱਧਾ 32 ਤੇ ਕੈਂਸਲ ਕਰਨਾ ਚਾਹੁੰਦੇ ਹੋ ਤਾਂ 32 ਤੇ ਕੈਂਸਲ ਕਰ ਸਕਦੇ ਹੋ। ਜੇ ਨਹੀਂ ਕਰਨਾ ਤਾਂ ਤੁਸੀਂ ਇਹਨੂੰ 4 ਦੇ ਟੇਬਲ ਤੇ ਜਾਂ 2 ਦੇ ਟੇਬਲ ਤੇ ਵੀ ਕੈਂਸਲ, ਜਾਂ 8 ਦੇ ਟੇਬਲ ਤੇ ਕੈਂਸਲ ਕਰ ਲਓ। 8 ਚੌਂਕਾ 32 ਹੁੰਦਾ, ਇਹਨੂੰ 8 ਦੇ ਟੇਬਲ ਤੇ ਕੈਂਸਲ ਕੀਤਾ, 8 ਤੋਂ 16 ਤੇ ਆਪਣੇ ਕੋਲ ਕਿੰਨੇ ਬਚ ਗਏ ਜੀ 776। ਮੇਰੇ ਹਿਸਾਬ ਨਾਲ ਇਹ ਨਹੀਂ ਜਾ ਰਿਹਾ, ਪੁਆਇੰਟਾਂ 'ਚ ਆਨਸਰ ਆਊਗਾ ਆਪਣੇ ਕੋਲ। 2 ਦੇ ਟੇਬਲ ਤੇ ਕੈਂਸਲ ਕਰ ਲਓ, ਪਹਿਲਾਂ ਸੌਖਾ ਹੋ ਜਾਊਗਾ। ਆਪਣੇ ਕੋਲ 2 ਦੇ ਟੇਬਲ ਤੇ ਕੈਂਸਲ ਕਰਾਂਗੇ ਤਾਂ ਆਊਗਾ ਆਪਣੇ ਕੋਲ ਆਨਸਰ 118, ਤੇ ਇਹਨੂੰ 2 ਦੇ ਟੇਬਲ ਤੇ ਕੈਂਸਲ ਕੀਤਾ ਕਿੰਨਾ ਆ ਗਿਆ 8। 118 ਬਟਾ 8। ਫਿਰ 2 ਦੇ ਟੇਬਲ ਤੇ ਕੈਂਸਲ ਕਰ ਲਓ, ਕਿੰਨਾ ਆ ਗਿਆ ਜੀ ਆਪਣੇ ਕੋਲੇ 59, ਤੇ ਇੱਧਰ ਕਿੰਨਾ ਆ ਗਿਆ 4, ਤੇ 4 ਨੂੰ ਇਹਦੇ ਉੱਤੇ ਕੈਂਸਲ ਕੀਤਾ 14 ਚੌਕ 56, 56 ਤੇ ਆਪਣੇ ਕੋਲ ਬਚ ਗਿਆ ਇਹ 4, ਤੇ ਆਪਣਾ ਆਨਸਰ ਆ ਗਿਆ 14.75, ਠੀਕ ਹੈ ਜੀ। ਜੇ ਕੈਂਸਲ ਨਹੀਂ ਹੋ ਰਿਹਾ ਤਾਂ ਆਨਸਰ, ਵੈਸੇ ਇਹਦਾ ਆਨਸਰ ਪੁਆਇੰਟਾਂ 'ਚ ਹੀ ਆ ਰਿਹਾ ਸੀਗਾ, ਮੈਨੂੰ ਲੱਗਿਆ ਸੀ ਕਿਤੇ ਪੂਰਾ ਪੂਰਾ ਆ ਜਾਊਗਾ, ਪੂਰਾ ਪੂਰਾ 32 ਉੱਪਰ ਨਹੀਂ ਕੈਂਸਲ ਹੋਣਾ ਸੀਗਾ, ਠੀਕ ਹੈ ਜੀ। ਆਨਸਰ ਕਿੰਨਾ ਆ ਗਿਆ 14.75। ਬਾਕੀ ਮੈਂ ਤੁਹਾਨੂੰ ਦੁਬਾਰਾ ਕਰਕੇ ਦਿੰਦਾ ਇੱਕ ਵਾਰੀ ਕੁਐਸਚਨ, ਦੁਬਾਰਾ ਗੱਲ ਸਮਝਾਉਣਾ। ਦੋਵੇਂ ਕੁਐਸਚਨ ਇਕੱਠੇ ਕਰਦੇ ਹਾਂ। ਦੇਖੋ, ਜਦੋਂ ਲਗਾਤਾਰ ਡਿਵਾਈਡ ਹੋਵੇ ਤਾਂ ਆਪਾਂ ਕਰਨਾ ਕੀ ਆ, ਤਿੰਨੇ ਕੁਐਸਚਨ ਲਿਖਦੇ ਹਾਂ ਆਪਾਂ। 88 ਡਿਵਾਈਡ ਬਾਈ 32, ਡਿਵਾਈਡ 'ਚ ਲਿਖਣਾ ਆਪਾਂ 32, ਨਾਲ ਹੀ ਆ ਜਾਊਗਾ 8। ਇੱਧਰ 3456 ਡਿਵਾਈਡ 'ਚ ਆ ਜਾਊਗਾ 12, ਤੇ ਡਿਵਾਈਡ 'ਚ ਕੀ ਆ ਜਾਊਗਾ 8। ਇੱਧਰ 999 ਇੰਟੂ 99 ਇੰਟੂ 9, ਇਹ ਡਿਵਾਈਡ 'ਚ ਆ, ਤੇ ਡਿਵਾਈਡ 'ਚ ਲਿਖ ਲਓ ਇਹਦੇ 99, ਨਾਲ ਹੀ ਲਿਖ ਲਓ 9, ਤੇ ਨਾਲ ਹੀ ਲਿਖ ਲਓ 3। ਤਿੰਨੇ ਡਿਵਾਈਡ ਸੀ, ਤਿੰਨੇ ਦੇ ਤਿੰਨੇ ਕਿੱਥੇ ਆ ਗਏ ਡਿਵਾਈਡ 'ਚ। ਹੁਣ ਆਹ ਦੇਖੋ, ਆਹ ਤਾਂ ਕੰਮ ਸੌਖਾ ਹੀ ਹੈ। 99 ਨਾਲ 99 ਕੈਂਸਲ, 9 ਨਾਲ 9 ਕੈਂਸਲ, 3 ਨੂੰ ਇਹਦੇ ਉੱਪਰ ਕੈਂਸਲ ਕੀਤਾ, ਕਿੰਨਾ ਆ ਗਿਆ 3 3 ਤੇ 3। ਇਸ ਤਰੀਕੇ ਨਾਲ ਮੈਂ ਤੁਹਾਨੂੰ ਆਨਸਰ ਕੱਢਣ ਨੂੰ ਕਹਿ ਰਿਹਾ ਸੀ, ਠੀਕ ਆ। ਮਤਲਬ ਜਦੋਂ ਲਗਾਤਾਰ ਡਿਵਾਈਡ ਹੋਵੇ ਤਾਂ ਬਟੇ 'ਚ ਲਿਖ ਲਓ 99 ਨਾਲ 99 ਕੈਂਸਲ, 9 ਨਾਲ 9 ਕੈਂਸਲ, 3 ਨੂੰ ਇਹਦੇ ਉੱਤੇ ਕੈਂਸਲ ਕੀਤਾ, 333 ਆਪਣਾ ਆਨਸਰ ਆ ਗਿਆ। ਹੁਣ ਇੱਥੇ ਦੇਖੋ, ਇਹਨੂੰ ਆਪਾਂ ਕੈਂਸਲ ਕਰਦੇ ਆ। 8 ਚੌਂਕਾ 32, ਕਿੰਨੇ ਬਚ ਗਏ ਜੀ ਆਪਣੇ ਕੋਲੇ 2 25, ਤੇ 8 ਤੀਆ 24, 1 ਬਚ ਗਿਆ 16, ਤੇ 8 ਦੂਣੀ 16। ਹੁਣ ਇਹਨੂੰ 12 ਦੇ ਟੇਬਲ ਤੇ ਕੈਂਸਲ ਕਰ ਦਿਓ। 12 ਤੀਆ 36 ਆ ਗਿਆ ਜੀ ਆਪਣੇ ਕੋਲ, ਕਿੰਨੇ ਬਚ ਗਏ ਜੀ ਆਪਣੇ ਕੋਲ 7 12 6 72, ਤੇ ਆਨਸਰ ਕਿੰਨਾ ਆ ਗਿਆ 36।
ਆ ਤਾਂ ਆਪਾਂ ਪਹਿਲਾਂ ਹੀ ਕਰ ਚੁੱਕੇ ਹਾਂ, ਫਿਰ ਵੀ ਦੁਬਾਰਾ ਕਰਨਾ ਤੁਸੀਂ ਕਰ ਸਕਦੇ ਹੋ। 8 ਨੂੰ ਇਹਦੇ ਉੱਤੇ ਕੈਂਸਲ ਕੀਤਾ, 8 ਦੂਣੀ 16, 2 ਬਚ ਗਏ 28, 8 ਤੀਆ 24, ਕਿੰਨੇ ਬਚ ਗਏ ਜੀ ਆਪਣੇ ਕੋਲ 4 ਤੇ 2 ਜੀ ਕਿੰਨਾ ਆ ਗਿਆ 48। ਇਹਨੂੰ 4 ਦੇ ਟੇਬਲ ਤੇ ਕੈਂਸਲ ਕੀਤਾ 8, ਇਹਨੂੰ 4 ਦੇ ਟੇਬਲ ਤੇ ਕੈਂਸਲ ਕਰ ਲਓ, 4 5 20, 3 ਬਚ ਗਏ 9 ਚੌਂਕਾ 36 ਤੇ ਆਪਣੇ ਕੋਲ ਆਂਸਰ ਕਿੰਨਾ ਆ ਗਿਆ 59/8, ਸੌਰੀ 59/8 ਆਉਂਦਾ, ਪਹਿਲਾਂ ਆਪਾਂ ਗਲਤ ਲਿਖ ਲਿਆ ਸੀ ਮੇਰੇ ਹਿਸਾਬ ਨਾਲ 59/4। ਠੀਕ ਆ, ਹੁਣ 8 ਨੂੰ ਇਹਦੇ ਉੱਤੇ ਕੈਂਸਲ ਕਰਾਂਗੇ, ਇਹ ਜਾਊਗਾ 8 7 56 ਤੇ ਕਿੰਨੇ ਬਚ ਗਏ ਜੀ ਆਪਣੇ ਕੋਲ 3 ਬਚ ਗਏ ਤੇ ਇਹ ਆ ਜਾਊਗਾ ਆਪਣੇ ਕੋਲ 375 ਕੈਂਸਲ ਕਰਕੇ। ਠੀਕ ਹੈ, 3/8 ਹੁੰਦਾ 37.5, ਮਤਲਬ ਕਿ ਆਂਸਰ ਆ ਜਾਊਗਾ 7.375, 375 ਆਪਣਾ ਆਂਸਰ ਆ ਗਿਆ। ਪਹਿਲਾਂ ਆਪਾਂ ਆਂਸਰ ਤਾਂ ਗਲਤ ਕੱਢ ਲਿਆ ਸੀ, ਮੈਨੂੰ ਡਾਊਟ ਸੀਗਾ ਤਾਂ ਹੀ ਮੈਂ ਦੁਬਾਰਾ ਕੀਤਾ ਸੀ। ਓਕੇ, ਪਹਿਲਾਂ ਆਪਾਂ ਗੰਦ ਜ਼ਿਆਦਾ ਮਾਰੀ ਬੈਠੇ ਸੀ। ਅਗਲਾ ਕੁਐਸਚਨ ਕਰਦੇ ਹਾਂ। ਹੁਣ ਗੱਲ ਯਾਦ ਰੱਖਣੀ, ਜਦੋਂ ਲਗਾਤਾਰ ਡਿਵਾਈਡ ਹੋਵੇ ਸਾਰੇ ਦੇ ਸਾਰੀਆਂ ਵੈਲਿਊਜ਼ ਬੜੇ ਜੀ ਆਉਣਗੀਆਂ। ਹਾਂਜੀ, ਇੱਥੇ ਬੋਰਡ ਮਾਸ ਕੀ ਕਹਿੰਦਾ ਸੀ ਪਹਿਲਾਂ, ਇਹ ਗੱਲ ਯਾਦ ਰੱਖੋ ਜੀ। ਇੱਕ ਮਲਟੀਪਲਾਈ ਦਾ ਸਾਈਨ ਆ, ਇੱਕ ਪਲੱਸ ਦਾ। ਆ ਜਿਹੜਾ ਮਾਈਨਸ ਆ ਇਹਦੀ ਟੈਨਸ਼ਨ ਨਹੀਂ ਲੈਣੀ, ਕਿਉਂਕਿ ਇਹਦਾ ਅੱਗੇ ਕੋਈ ਵੈਲਿਊ ਨਹੀਂ, ਇਹਦਾ ਮਤਲਬ ਸਿਰਫ ਇਹ ਆ ਵੀ 76 ਆ ਜਿਹੜਾ ਆਪਣੇ ਕੋਲ ਮਾਈਨਸ ਦਾ। ਤੇ ਪਹਿਲਾਂ ਮਲਟੀਪਲਾਈ ਹੁੰਦੀ ਹੈ ਫਿਰ ਪਲੱਸ ਹੁੰਦਾ, ਮਤਲਬ ਪਹਿਲਾਂ ਆਪਾਂ ਇਹਨਾਂ ਦੋਹਾਂ ਨੂੰ ਕੀ ਕਰਾਂਗੇ ਮਲਟੀਪਲਾਈ ਕਰਾਂਗੇ। ਮਲਟੀਪਲਾਈ ਕਿਵੇਂ ਕਰਾਂਗੇ, 76 ਨੂੰ 33 ਨਾਲ ਗੁਣਾ ਕਰ ਲਓ, 6 ਤੀਏ 18, 7 ਤੀਆ 21 ਤੇ 1 22, ਫਿਰ ਉਨਾ ਹੀ ਆ ਜਾਊਗਾ 2508 ਆਪਣੇ ਕੋਲ ਆਂਸਰ ਆ ਗਿਆ। ਬਟ ਇਹ 2508 ਆਊਗਾ ਦਾ ਮਾਈਨਸ ਦਾ, ਕਿਉਂਕਿ ਇੱਕ ਸਾਈਨ ਇੱਕ ਵੈਲਿਊ ਮਾਈਨਸ ਦੀ ਆ, ਇੱਕ ਪਲੱਸ ਦੀ ਆ, ਤੇ ਦੋਵੇਂ ਆਪਸ ਚ ਮਾਈਨਸ ਮਲਟੀਪਲਾਈ ਹੋ ਕੇ ਕੀ ਬਣੂਗਾ ਮਾਈਨਸ ਦਾ 2508 ਬਣੂਗਾ। ਉਸ ਤੋਂ ਬਾਅਦ ਪਲੱਸ ਦਾ ਕੀ ਆ ਆਪਣੇ ਕੋਲ 221 ਆ। ਦੇਖੋ ਮਲਟੀਪਲਾਈ ਸੀਗਾ, ਇਹਦੇ ਮੂਰੇ ਮਾਈਨਸ, ਇਹਦੀ ਟੈਨਸ਼ਨ ਨਹੀਂ ਲੈਣੀ ਹੈ, ਸਾਈਨ ਮਾਈਨਸ ਦਾ ਇਹਦੇ ਮੂਰੇ। ਠੀਕ ਆ, ਅੱਜ ਤੋਂ ਅੱਗੇ ਕੋਈ ਵੈਲਿਊ ਹੈ ਨਹੀਂ, ਜੇ ਹੁੰਦੀ ਤਾਂ ਫਿਰ ਹੁਣ ਆਪਾਂ ਉਹ ਚੀਜ਼ ਨੂੰ ਮਾਈਨਸ ਕਰ ਸਕਦੇ ਸੀਗੇ, ਪਰ ਮਾਈਨਸ ਕਰਨ ਤੋਂ ਪਹਿਲਾਂ ਵੀ ਕੀ ਹੁੰਦੀ ਹੈ ਮਲਟੀਪਲਾਈ ਹੁੰਦੀ, ਤਾਂ ਆਪਾਂ ਦੋਹਾਂ ਨੂੰ ਮਲਟੀਪਲਾਈ ਕਰ ਲਈ। ਠੀਕ ਹੈ ਜੀ, 6 ਤੀਏ 18, 1 ਗਿਆ 7 21 ਤੇ 1 22 ਹੋ ਗਿਆ, 228 ਹੈ, 228 ਫੇਰ ਆ ਜਾਊਗਾ ਕਿਉਂਕਿ ਇੱਧਰ 3 ਆ, 8 ਆ ਗਿਆ 10 ਤੇ ਇੱਕ ਹਸਲ ਗਿਆ 5 ਤੇ ਆਪਣੇ ਕੋਲ ਕਿੰਨਾ ਆ ਗਿਆ 2508। ਤੇ ਹੁਣ 2508 ਕਾਹਦਾ ਆਊਗਾ ਮਾਈਨਸ ਦਾ, ਕਿਉਂਕਿ ਮੈਂ ਤੁਹਾਨੂੰ ਦੱਸਿਆ ਵੀ ਇੱਥੇ ਮਾਈਨਸ ਆ ਇੱਥੇ ਪਲੱਸ ਆ, ਦੋਵੇਂ ਮਲਟੀਪਲਾਈ ਹੋ ਕੇ ਮਾਈਨਸ ਤੇ ਬਣ ਜਾਣਗੇ। ਤੇ ਫਿਰ ਹੁਣ ਆਪਾਂ 221 ਨੂੰ ਕੀ ਕਰਨਾ, ਇੱਕ ਪਲੱਸ ਦੀ ਵੈਲਿਊ ਇੱਕ ਮਾਈਨਸ ਦੀ ਵੈਲਿਊ, ਤੇ ਦੋਨੇ ਆਪਸ ਵਿੱਚ ਮਾਈਨਸ ਹੋਣਗੇ। 2508 ਦੇ ਵਿੱਚੋਂ 221 ਕੀ ਕਰਨੇ ਆਪਾਂ ਮਾਈਨਸ ਕਰਨੇ ਆ, ਤੇ ਆਪਣੇ ਕੋਲੇ ਆਂਸਰ ਕਿੰਨਾ ਆ ਜਾਊਗਾ 2287। ਬਟ ਸਾਈਨ ਕਿਹੜਾ ਆਊਗਾ ਇਹਦੇ ਨਾਲ, ਪਲੱਸ ਆਊਗਾ ਜਾਂ ਮਾਈਨਸ, ਉਹ ਦੇਖੋ ਵੀ ਵੱਡੀ ਵੈਲਿਊ ਕਾਹਦੀ, ਛੋਟੇ ਹੁੰਦੇ ਆਪਾਂ ਕੀਤਾ ਸੀ ਵੱਡੀ ਵੈਲਿਊ ਵਾਲਾ ਸਾਈਨ ਆਉਂਦਾ ਹੁੰਦਾ, ਤਾਂ ਆਂਸਰ ਕਿੰਨਾ ਆਊਗਾ 2287 ਆਪਣੇ ਕੋਲ ਕੀ ਆ ਜਾਊਗਾ ਇਹਦਾ ਆਂਸਰ ਆ ਜਾਊਗਾ। ਠੀਕ ਹੈ, ਅਗਲਾ ਕੁਐਸਚਨ ਦੇਖਦੇ ਹਾਂ। ਹੁਣ ਇਹਦੇ ਵਿੱਚ ਇੱਕ ਡਿਵਾਈਡ ਆ, ਇੱਕ ਮਲਟੀਪਲਾਈ ਆ, ਇੱਕ ਮਾਈਨਸ ਆ। ਤਾਂ ਸਭ ਤੋਂ ਪਹਿਲਾਂ ਡਿਵਾਈਡ, ਫਿਰ ਮਲਟੀਪਲਾਈ, ਫਿਰ ਐਂਡ ਤੇ ਮਾਈਨਸ ਹੁੰਦਾ, ਤਾਂ ਮਤਲਬ ਸਭ ਤੋਂ ਪਹਿਲਾਂ ਕੀ ਕਰਾਂਗੇ ਆਪਾਂ ਡਿਵਾਈਡ। 4848 ਨੂੰ 24 ਉੱਪਰ ਕੀ ਕਰਾਂਗੇ ਆਪਾਂ ਡਿਵਾਈਡ ਕਰਾਂਗੇ, ਫਿਰ ਗੁਣਾ ਕਰਾਂਗੇ, ਫਿਰ ਮਾਈਨਸ ਕਰ ਦਾਂਗੇ। ਇਹਨੂੰ ਇਹਦੇ ਉੱਤੇ ਕੈਂਸਲ ਕੀਤਾ, 24 ਦੂਣਾ 48, 2 ਡਿਜਿਟ ਉਤਾਰਾਂਗੇ 0, ਫਿਰ 24 ਦੂਣਾ 48 ਕਿੰਨਾ ਆ ਗਿਆ 202 ਇੰਟੂ 11 ਮਾਈਨਸ 222। ਹੁਣ ਹੋਊਗੀ ਮਲਟੀਪਲਾਈ, 202 ਨੂੰ 11 ਨਾਲ ਆਪਾਂ ਕੀ ਕਰਨੀ ਆ ਗੁਣਾ, 202 ਇੰਟੂ 202 2 2 2 2 ਕਿੰਨਾ ਬਣ ਗਿਆ ਜੀ 2222। ਉਹਦੇ ਵਿੱਚੋਂ 222 ਮਾਈਨਸ ਕਰ ਦਾਂਗੇ ਤਾਂ ਆਂਸਰ ਕਿੰਨਾ ਆ ਜਾਊਗਾ 2000। ਬਸ ਗੱਲ ਕੀ ਆਪਾਂ ਸਿਰਫ ਔਰ ਸਿਰਫ ਬੋਰਡ ਮਾਸ ਹੀ ਯਾਦ ਰੱਖਣਾ, ਹੋਰ ਕੋਈ ਚੱਕਰ ਨਹੀਂ ਗਾ। ਇੱਕ ਨਾ ਇੱਥੇ ਗਲਤੀ ਨਾ ਕਰ ਲਓ ਜੇ, ਕਈ ਵਾਰੀ ਬੱਚੇ ਕੀ ਕਰਦੇ ਆ ਨਾ 4848 ਨੂੰ 24 ਤੇ ਕੱਟ ਕੇ ਪਹਿਲਾਂ 24 ਨੂੰ 48 ਤੇ ਕੱਟ ਦਿੰਦੇ ਆ 2, ਫਿਰ ਦੁਬਾਰਾ 2 ਕਰ ਦਿੰਦੇ ਆ, ਤੇ ਮੈਂ ਬਹੁਤ ਵਾਰੀ ਦੇਖਿਆ ਵੀ ਇਹ ਸਮ ਕਰਦੇ ਕਰਦੇ ਬੱਚੇ ਇੱਥੇ ਪਾਈ ਲਿਖ ਦਿੰਦੇ ਆ। ਠੀਕ ਹੈ ਜੀ, ਆਪਾਂ ਇਹ ਵਾਲੀ ਗਲਤੀ ਨਹੀਂ ਕਰਨੀ, ਇਸ ਗੱਲ ਦਾ ਖਿਆਲ ਰੱਖਣਾ। ਠੀਕ ਹੈ ਜੀ, ਚਲੋ ਅਗਲਾ ਕੁਐਸਚਨ ਕਰਦੇ ਹਾਂ ਜੀ। ਵੈਰੀ ਇੰਪੋਰਟੈਂਟ ਕੁਐਸਚਨ ਜੀ, ਦੋਵੇਂ ਦੇ ਦੋਵੇਂ ਇੱਕੋ ਜਿਹੇ ਕੁਐਸਚਨ ਆ, ਬਹੁਤ ਵੱਡੀਆਂ ਗੱਲਾਂ ਕਲੀਅਰ ਹੋਣਗੀਆਂ। ਦੇਖੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਿਆ ਕਿ ਬ੍ਰੈਕਟ ਸੋਲਵ ਹੋਊਗੀ, ਇੱਕ ਵੱਡੀ ਬ੍ਰੈਕਟ ਆ ਉਹਦੇ ਵਿੱਚ ਇੱਕ ਛੋਟੀ ਬ੍ਰੈਕਟ ਆ, ਤਾਂ ਸਭ ਤੋਂ ਪਹਿਲਾਂ ਆਪਾਂ ਆਹ ਵਾਲੀ ਬ੍ਰੈਕਟ ਸੋਲਵ ਕਰਨੀ ਹੈ। ਸੋਲਵ ਕਰਨ ਦਾ ਮਤਲਬ ਇਹ ਨਹੀਂ ਵੀ ਆਪਾਂ 84 ਗੁਣਾ 84 ਕਰਕੇ ਇੱਕ ਵੱਡਾ ਸਾਰਾ ਸਕੇਅਰ ਲਿਖਣਾ ਇਹਦਾ, ਵੈਸੇ ਮੈਂ ਸਕੇਅਰ ਵੀ ਕਰਾਏ ਹੋਏ ਆ, ਸਕੇਅਰ ਵਾਲੀ ਵੀਡੀਓ ਜ਼ਰੂਰ ਵੇਖ ਲਓ ਜੇ, ਫਸਟ ਵੀਡੀਓ ਸਕੇਅਰ ਦੀ ਹੋਈ ਆ। ਆਪਣਾ ਕੰਮ ਕੀ ਆ, ਆਪਾਂ ਇਹਨੂੰ ਖੋਲ ਕੇ ਲਿਖਦੇ ਹਾਂ ਸਾਰਿਆਂ ਨੂੰ, ਮਤਲਬ ਪ੍ਰੋਪਰ। ਇੱਥੇ ਆਪਣੇ ਕੋਲੇ ਸਭ ਤੋਂ ਪਹਿਲਾਂ ਆਪਾਂ ਇਸੇ ਚੀਜ਼ ਨੂੰ ਸੋਲਵ ਕਰਨਾ, ਕਿਉਂਕਿ ਇਹ ਵੱਡੀ ਬ੍ਰੈਕਟ ਆ ਉਹਦੇ ਵਿੱਚ ਇੱਕ ਛੋਟੀ ਬ੍ਰੈਕਟ ਆ, ਛੋਟੀ ਤੋਂ ਛੋਟੀ ਬ੍ਰੈਕਟ ਆਪਾਂ ਸਭ ਤੋਂ ਪਹਿਲਾਂ ਸੋਲਵ ਕਰਨੀ ਹੁੰਦੀ ਹੈ। ਇਹਨੂੰ ਤੁਸੀਂ 84 ਨੂੰ 84 ਨਾਲ ਗੁਣਾ ਕਰਨ ਦੀ ਬਜਾਏ ਬਸ 2 ਵਾਰੀ 84 ਇੰਟੂ 84 ਲਿਖ ਸਕਦੇ ਹੋ। ਹੁਣ ਉਹਦੇ ਬਟੇ 'ਚ 28 ਆ, ਡਿਵਾਈਡ 'ਚ 28 ਆ, ਤੇ ਉਹਨੂੰ ਡਿਵਾਈਡ 'ਚ 28 ਲਿਖ ਲਓ, ਬਾਅਦ 'ਚ ਗੁਣਾ 'ਚ ਫਿਰ 12 ਤਾਂ ਫਿਰ 12 ਲਿਖ ਲਓ। ਫਿਰ ਬ੍ਰੈਕਟ ਖਤਮ ਹੋ ਗਈਆਂ, ਅੰਦਰਲੀ ਵੈਲਿਊ ਆਪਾਂ ਸਾਰੀ ਸੋਲਵ ਕਰ ਲਈ।
ਫਿਰ ਉਹਦੇ ਨਾਲ ਡਿਵਾਈਡ ਦੇ ਵਿੱਚ 24 ਹੈ ਤੇ ਡਿਵਾਈਡ 'ਚ 24 ਤੋਂ ਉਹਨੂੰ ਨੀਚੇ ਲਿਖ ਲਓ। ਜਿਹੜੀ ਵੈਲਿਊ ਡਿਵਾਈਡ 'ਚ ਆ ਰਹੀ ਹੈ ਉਹਨੂੰ ਥੱਲੇ ਲਿਖੀ ਚਲੋ, ਜਿਹੜੀ ਮਲਟੀਪਲਾਈ 'ਚ ਆ ਰਹੀ ਉਹਨੂੰ ਬਰਾਬਰ ਉੱਪਰ ਲਿਖੀ ਚਲੋ। ਹੁਣ ਦੇਖੋ ਇਕੁਅਲ ਦੂਸਰੀ ਸਾਈਡ ਹੈਗਾ 7 ਇੰਟੂ ਕੁਐਸਚਨ ਮਾਰਕ। ਆਪਾਂ ਕੱਢਣੀ ਹੈ ਵੈਲਿਊ ਕੁਐਸਚਨ ਮਾਰਕ ਦੀ। ਜਿਹੜਾ 7 ਆ ਇਹਨੂੰ ਆਪਾਂ ਇੱਧਰਲੀ ਸਾਈਡ ਲਿਆਉਣਾ ਪੈਣਾ। ਹੁਣ ਦੇਖੋ 7 ਇਹਦੇ ਨਾਲ ਮਲਟੀਪਲਾਈ ਜਾਂ ਤੇ ਇੱਧਰਲੀ ਸਾਈਡ ਆ ਕੇ ਕੀ ਹੋ ਜਾਊਗਾ, ਇਹ ਡਿਵਾਈਡ ਹੋ ਜਾਊਗਾ ਤੇ ਡਿਵਾਈਡ ਦਾ ਮਤਲਬ ਇਹ ਕਿੱਥੇ ਰਹਿ ਜਾਊਗਾ, ਬਟੇ 'ਚ ਰਹਿ ਜਾਊਗਾ। ਠੀਕ ਹੈ ਜੀ, ਇਹ ਗੱਲ ਦਾ ਖਿਆਲ ਰੱਖਣਾ। ਪੂਰੇ ਦਾ ਪੂਰਾ ਸਮ ਆਪਾਂ ਇੱਕੇ ਫਾਰਮ ਦੇ ਵਿੱਚ ਲਿਖ ਲਿਆ ਤੇ ਇੱਥੇ ਇਹਨੂੰ ਕੈਂਸਲ ਕਰਕੇ ਆਪਾਂ ਇਹਦਾ ਆਨਸਰ ਕੱਢ ਲਾਂਗੇ। ਫਸਟ ਸੈਕਿੰਡ ਫ੍ਰੈਕਸ਼ਨ ਦੀ ਵੈਲਿਊ ਦੇ ਵਿੱਚ ਮੈਂ ਤੁਹਾਨੂੰ ਇਹੀ ਚੀਜ਼ ਸਿਖਾਈ ਸੀ ਵੀ ਕਿਵੇਂ ਕੈਂਸਲ ਕੀਤਾ ਜਾਂਦਾ। ਆਪਾਂ ਕੀ ਲਿਖਿਆ ਪਹਿਲਾਂ 84 ਇੰਟੂ 84 ਲਿਖ ਲਿਆ, ਆ ਡਿਵਾਈਡ ਸੀ ਇਹਨੂੰ ਡਿਵਾਈਡ 'ਚ ਲਿਖ ਲਿਆ, ਆ ਮਲਟੀਪਲਾਈ ਸੀ ਇਹਨੂੰ ਮਲਟੀਪਲਾਈ 'ਚ ਉੱਪਰਲੇ ਪਾਸੇ ਲਿਖ ਲਿਆ। 24 ਫੇਰ ਡਿਵਾਈਡ ਸੀ ਇਹਨੂੰ ਮੈਂ ਫੇਰ ਡਿਵਾਈਡ 'ਚ ਲਿਖ ਲਿਆ, 7 ਇੱਧਰਲੇ ਪਾਸੇ ਮਲਟੀਪਲਾਈ ਸੀਗਾ, ਇੱਧਰਲੇ ਪਾਸੇ ਆ ਕੇ ਡਿਵਾਈਡ ਹੋ ਗਿਆ ਕਿਉਂਕਿ ਦੂਸਰੀ ਸਾਈਡ ਜਾ ਕੇ ਇਕੁਅਲ ਤੋਂ ਵੈਲਿਊ ਪਲੱਸ ਵਾਲੀ ਮਾਈਨਸ ਹੋ ਜਾਂਦੀ ਹੈ, ਮਾਈਨਸ ਵਾਲੀ ਪਲੱਸ ਹੋ ਜਾਂਦੀ ਹੈ, ਡਿਵਾਈਡ ਵਾਲੀ ਮਲਟੀਪਲਾਈ ਹੋ ਜਾਂਦੀ ਤੇ ਮਲਟੀਪਲਾਈ ਵਾਲੀ ਡਿਵਾਈਡ ਹੋ ਜਾਂਦੀ ਹੈ। ਤੇ ਹੁਣ ਇਹਨੂੰ ਕੱਟਣਾ ਸੌਖਾ ਹੋ ਗਿਆ। 28 30 84 ਹੁੰਦਾ, 12 ਦੂਣਾ 24। ਠੀਕ ਹੈ ਜੀ, 12 7 84 ਤੇ 6 ਤੇ 6 ਤੀਏ ਕਿੰਨਾ ਆ ਗਿਆ ਆਪਣੇ ਕੋਲੇ ਆਨਸਰ 18। ਆਪਣਾ ਆਨਸਰ ਆ ਗਿਆ। ਕੱਟ ਕਟਾ ਕੇ ਨਹੀਂ ਆਪਾਂ ਪੁਆਇੰਟ ਚਲੇ ਜਾਣੇ ਸੀ। ਇਹਨੂੰ ਵੀ ਆਪਾਂ ਸੇਮ ਹੀ ਤਰੀਕੇ ਨਾਲ ਕਰਨਾ। 125 ਗੁਣਾ 125 ਲਿਖ ਲਿਆ, 50 ਡਿਵਾਈਡ ਚ ਤਾਂ ਬਟੇ ਜੇ ਲਿਖ ਲਓ, 20 ਗੁਣਾ ਚ ਤਾਂ ਉੱਪਰ ਲਿਖ ਲਓ, 25 ਡਿਵਾਈਡ ਚ ਤਾਂ ਫੇਰ ਬਟੇ ਜੇ ਲਿਖ ਲਓ ਤੇ ਕੱਟ ਦੋ ਇਹਨਾਂ ਨੂੰ। 0 ਨਾਲ 0 ਕੈਂਸਲ, 5 ਨੂੰ ਇਹਦੇ ਉੱਤੇ ਕੈਂਸਲ ਕੀਤਾ, 25 25 ਨਾਲ 25 ਕੱਟਿਆ ਗਿਆ ਤੇ ਹੁਣ ਇਹ 2 ਰਹਿ ਗਿਆ ਤੇ ਇੱਧਰਲੇ ਪਾਸੇ 125 ਰਹਿ ਗਿਆ ਤੇ 125 ਦੂਣਾ ਕਿੰਨੇ ਹੁੰਦੇ ਆ 250। ਆਪਣਾ ਆਨਸਰ ਆ ਗਿਆ। ਠੀਕ ਹੈ ਜੀ, ਸੌਖਾ ਹੀ ਕੰਮ ਆ। ਕੋਈ ਜੇ ਤੁਸੀਂ ਇਹਨੂੰ ਪਹਿਲਾਂ 125 ਨੂੰ 125 ਨਾਲ ਗੁਣਾ ਕਰੋਗੇ, ਕਈ ਬੱਚੇ ਇਦਾਂ ਕਰਦੇ ਆ ਤੇ ਫਿਰ ਉਹਦੀ ਵੈਲਿਊ ਕੱਢ ਲੈਂਦੇ। 125 ਇੰਟੂ 125 ਕਰਨਗੇ 15625, ਫਿਰ ਉਹਨੂੰ 50 ਦੀ ਡਿਵਾਈਡ ਕਰਨਗੇ, ਪੁਆਇੰਟਾਂ 'ਚ ਲਿਜਾਣਗੇ, ਫਿਰ ਉਹਨੂੰ 20 ਨਾਲ ਗੁਣਾ ਕਰਨਗੇ, ਫਿਰ ਉਹਨੂੰ ਬਾਅਦ 'ਚ ਕੱਲੀ ਵੈਲਿਊ ਨੂੰ 25 ਨਾਲ ਗੁਣਾ ਕਰਨੀ। ਕੱਲੀ ਵੈਲਿਊ ਨੂੰ ਗੁਣਾ ਕਰਨੀ ਆਪਾਂ। ਜਦੋਂ ਤੁਹਾਨੂੰ ਪਤਾ ਨਾ ਵੀ ਤੁਸੀਂ ਵੈਲਿਊ ਨੂੰ ਕੈਂਸਲ ਕਰਨਾ ਤੇ ਉਸ ਤੋਂ ਪਹਿਲਾਂ ਵੈਲਿਊਸ ਨੂੰ ਕਦੇ ਵੀ ਗੁਣਾ ਕਰਕੇ ਵੱਡਾ ਨਹੀਂ ਕਰਨਾ ਚਾਹੀਦਾ, ਕਿਉਂਕਿ ਜਦੋਂ ਵੈਲਿਊਸ ਵੱਡੀਆਂ ਹੋ ਗਈਆਂ, ਮੇਰੀ ਗੱਲ ਸੁਣੋ, ਜਦੋਂ ਇੱਥੇ ਤੁਸੀਂ 84 ਇੰਟੂ 84 ਕਰ ਲੈਂਦੇ, 84 ਇੰਟੂ 84 ਹੁੰਦਾ 70 56। ਠੀਕ ਹੈ ਜੀ, ਮੈਂ ਸਕੇਅਰ ਕਰਾਏ ਹੋਏ ਇਸ ਲਈ ਦੱਸਿਆ ਤੁਹਾਨੂੰ, ਸਕੇਅਰ ਕਰੋ ਤੁਸੀਂ ਵੀ ਇਦਾਂ ਹੀ ਲਿਖਿਆ ਕਰੋ। ਹੁਣ ਤੁਸੀਂ ਮੈਨੂੰ ਇਹ ਦੱਸੋ ਵੀ 84 ਨੂੰ 28 ਤੇ ਕੱਟਣਾ ਸੌਖਾ, 84 ਨੂੰ 7 ਤੇ ਕੱਟਣਾ ਸੌਖਾ, ਜਾਂ 70 56 ਨੂੰ 28 ਤੇ ਕੱਟਣਾ ਸੌਖਾ? ਕਿਉਂਕਿ ਆਪਾਂ ਨੂੰ 28 ਦਾ ਟੇਬਲ ਆਉਂਦਾ ਨਹੀਂ ਨਾ, ਛੋਟੇ ਛੋਟੇ ਤਾਂ ਆਪਾਂ ਨੂੰ ਟੇਬਲ ਆਉਂਦੇ। ਜਦੋਂ ਵੈਲਿਊ ਛੋਟੀਆਂ ਤਾਂ ਆਪਾਂ ਨੂੰ ਕੱਟ ਸਕਦੇ ਆ, ਜਦੋਂ ਵੈਲਿਊਸ ਵੱਡੀਆਂ ਹੋ ਜਾਂਦੇ ਤਾਂ ਉਹਨੂੰ ਕੈਂਸਲ ਕਰਨਾ ਔਖਾ ਹੈ। ਠੀਕ ਹੈ, ਇਹ ਗੱਲ ਦਾ ਖਿਆਲ ਰੱਖਣਾ। ਜਿੰਨੀਆਂ ਤੁਸੀਂ ਵੈਲਿਊਸ ਨੂੰ ਤੋੜ ਕੇ ਛੋਟਾ ਕਰੋਗੇ ਉਨੀ ਕੈਲਕੂਲੇਸ਼ਨ ਈਜ਼ੀ ਹੁੰਦੀ ਜਾਊਗੀ, ਕਿਉਂਕਿ ਛੋਟੇ ਟੇਬਲ ਆਪਾਂ ਨੂੰ ਆਉਂਦੇ ਆ, ਵੱਡੇ ਟੇਬਲ ਆਪਾਂ ਨੂੰ ਨਹੀਂ ਆਉਂਦੇ ਹੁੰਦੇ। ਠੀਕ ਹੈ ਜੀ, ਵੈਰੀ ਇੰਪੋਰਟੈਂਟ ਕੁਐਸਚਨ। ਦੋਵੇਂ ਦੇ ਦੋਵੇਂ ਪੇਪਰ ਜਿੰਨੇ ਮੈਂ ਤੁਹਾਨੂੰ ਕੁਐਸਚਨ ਕਰਾ ਰਿਹਾ, ਕੱਲਾ ਪੇਪਰਾਂ 'ਚ ਆਇਆ ਹੋਇਆ ਜੀ ਕੁਐਸਚਨ, ਜਾ ਕੇ ਆਰ ਐਸ ਅਗਰਵਾਲ ਤੁਸੀਂ ਚੈੱਕ ਕਰ ਸਕਦੇ। ਠੀਕ ਹੈ ਜੀ, ਇਹਦੇ ਤੋਂ ਵੀ ਤੁਹਾਨੂੰ ਇੱਕ ਗੱਲ ਕਲੀਅਰ ਹੋਊਗੀ, ਇਸ ਲਈ ਮੈਂ ਦੋਨੇ ਕੁਐਸਚਨ ਇਹ ਇੱਕੋ ਸਲਾਈਡ ਦੇ ਉੱਪਰ ਪਾਏ ਆ। ਦੇਖੋ 853 ਪਲੱਸ ਕੁਐਸਚਨ ਮਾਰਕ, ਮੈਂ ਕੁਐਸਚਨ ਮਾਰਕ ਨੂੰ x ਲਿਖ ਰਿਹਾ, ਬਟੇ 17 ਇਕੁਅਲ ਟੂ 1000। ਕਈ ਬੱਚੇ ਨੂੰ ਕੀ ਕਰਦੇ ਆ 853 ਪਲੱਸ x ਇਸ ਤਰੀਕੇ ਨਾਲ ਬਟੇ 17 ਲਿਖ ਲੈਂਦੇ। ਇਹ ਗਲਤ ਹੈ ਜੀ। ਗਲਤ ਕਿਉਂ ਆ? ਕਿਉਂਕਿ ਜਿਹੜਾ ਡਿਵਾਈਡ ਲੱਗਿਆ ਨਾ ਉਹ ਕੱਲੇ x ਤੇ 17 ਦੇ ਵਿਚਕਾਰ ਆ, 853 ਨਾਲ ਉਹਦਾ ਕੋਈ ਲੈਣ ਦੇਣ ਨਹੀਂ। ਬਟ ਜਿਹੜੀ ਇੱਥੇ ਬ੍ਰੈਕਟ ਲੱਗੀ ਹੈ, ਹੁਣ ਤੁਸੀਂ ਲਿਖੋਗੇ x ਮਾਈਨਸ 968, ਹੁਣ ਪੂਰੇ ਦੇ ਬਟੇ 'ਚ ਨਾਸੀ ਆਊਗਾ ਵਾਲਾ, ਫਿਰ ਇੱਥੇ ਗੁਣਾ 'ਚ 11, ਫਿਰ ਬਰਾਬਰ ਆਊਗਾ 512। ਇਹ ਗੱਲ ਦਾ ਖਿਆਲ ਰੱਖਣਾ। ਆਹ ਵਾਲਾ ਨਾਸੀ ਆਪਾਂ ਪੂਰੇ ਦੇ ਬਟੇ 'ਚ ਲਿਖਣਾ, ਇੱਥੇ ਜਿਹੜਾ 17 ਉਹ ਪੂਰੇ ਦੇ ਬਟੇ 'ਚ ਨਹੀਂ ਲਿਖਣਾ, ਕੱਲੇ ਕੁਐਸਚਨ ਮਾਰਕ ਦੇ ਬਟੇ 'ਚ ਲਿਖਣਾ। ਆਹੀ ਫਰਕ ਹੈ ਨਾ ਦੋਵਾਂ ਦੇ ਵਿੱਚ, ਤਾਂ ਹੀ ਇੱਕੋ ਸਲਾਈਡ ਦੇ ਉੱਪਰ ਦੋਨੇ ਕੁਐਸਚਨ ਪਾਏ ਗਏ ਆ, ਕਿਉਂਕਿ ਇੱਥੇ ਬ੍ਰੈਕਟ ਲੱਗੀ ਆ, ਇਸ ਲਈ ਇਹ ਜਿਹੜਾ ਨਾਸੀ ਉਹ ਦੋਹਾਂ ਦੇ ਬਟੇ 'ਚ। ਇੱਥੇ ਬ੍ਰੈਕਟ ਨਹੀਂ ਲੱਗੀ, ਇਹਦਾ ਮਤਲਬ ਜਿਹੜਾ 17 ਉਹ ਕੱਲੇ ਕਿਹਦੇ ਬਟੇ 'ਚ ਆ, ਕੁਐਸਚਨ ਮਾਰਕ ਦੇ ਬਟੇ 'ਚ ਆ। ਇਹਨੂੰ ਕਰਨ ਹੁਣ ਆਪਾਂ ਅੱਗੇ ਕੁਐਸਚਨ ਕਰਦੇ। ਠੀਕ ਹੈ ਜੀ, ਇਹ ਗੱਲ ਦਾ ਖਿਆਲ ਰੱਖਣਾ। ਬਸ ਇਹੀ ਇੱਕ ਗੱਲ ਤੁਹਾਨੂੰ ਕਲੀਅਰ ਕਰਨ ਵਾਸਤੇ ਮੈਂ ਤੁਹਾਨੂੰ ਇਹ ਦੋਵੇਂ ਕੁਐਸਚਨ ਇੱਕੋ ਸਲਾਈਡ ਦੇ ਉੱਪਰ ਪਾਏ ਸੀ। ਹੁਣ ਆਪਾਂ ਕੁਐਸਚਨ ਸੋਲਵ ਕਰਦੇ ਹਾਂ। ਹੁਣ ਦੇਖੋ 853 ਦੇ ਨਾਲ ਪਲੱਸ 'ਚ, ਤੇ ਮੈਂ ਦੱਸਿਆ ਵੀ ਜੇ ਪਲੱਸ 'ਚ ਤੇ ਇਹ ਵੈਲਿਊ ਕਾਦੀ ਹੋਊਗੀ ਆਪਣੇ ਕੋਲ, ਦੂਸਰੀ ਸਾਈਡ ਜਾ ਕੇ ਮਾਈਨਸ ਦੀ ਹੋ ਜਾਊਗੀ। ਇੱਧਰਲੀ ਸਾਈਡ ਰਹਿ ਗਿਆ x ਬਟਾ 17 ਤੇ 1000 ਦੇ ਵਿੱਚੋਂ ਮੈਂ 853 ਕੀ ਕਰਤਾ ਮਾਈਨਸ, ਕਿਉਂਕਿ ਦੂਸਰੀ ਸਾਈਡ ਉਹ ਕਾਹਦਾ ਸੀਗਾ, ਪਲੱਸ ਦਾ। x ਬਟਾ 17 ਉਵੇਂ ਰਹਿ ਗਿਆ, 1000 ਦੇ ਵਿੱਚੋਂ 853 ਮਾਈਨਸ ਕਰਾਂਗੇ ਕਿੰਨਾ ਜੀ 147, ਤੇ ਜਿਹੜੀ ਵੈਲਿਊ ਬਟੇ 'ਚ ਪਈ ਹੈ x ਦੇ ਬਟੇ 'ਚ 17 ਤੇ ਦੂਸਰੀ ਸਾਈਡ ਵੱਲ ਜਾਵਾਂਗੇ ਤਾਂ ਕਾਹਦੀ ਹੋ ਜੂਗੀ, ਉਹ ਮਲਟੀਪਲਾਈ। ਠੀਕ ਹੈ, ਡਿਵਾਈਡ ਵਾਲੀ ਵੈਲਿਊ ਕੀ ਹੋ ਜੂਗੀ, ਮਲਟੀਪਲਾਈ। 7 7 49, 7 ਚੌਂਕਾ 28 4 32, 10 ਹੋ ਗਿਆ 147। ਠੀਕ ਹੈ, 9 9 4 2 ਤੇ ਆਨਸਰ ਕਿੰਨਾ ਆ ਗਿਆ 2499। ਇਹਦਾ ਆਨਸਰ ਆ ਗਿਆ 2499। ਆਨਸਰ ਸਹੀ ਹੈ, ਮੈਨੂੰ ਯਾਦ ਹੈ ਥੋੜਾ ਜਿਹਾ। ਹੁਣ ਦੇਖੋ ਇੱਥੇ ਆਪਾਂ ਕੀ ਕੀਤਾ, ਪੂਰੇ ਦੇ ਬਟੇ 'ਚ 89 ਲਾਇਆ, ਉੱਥੇ ਇਕੱਲੇ ਦੇ ਬਟੇ 'ਚ 17 ਲਾਇਆ ਸੀਗਾ। ਜੇ ਪੂਰੇ ਦੇ ਬਟੇ 'ਚ 17 ਲਾਉਂਦੇ ਤਾਂ ਆਨਸਰ ਹੋਰ ਆਉਣਾ ਸੀ, ਕਰਕੇ ਵੀ ਜ਼ਰੂਰ ਵੇਖੋ ਜੀ। ਠੀਕ ਹੈ, ਹੁਣ ਦੇਖੋ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ, 11 ਦੇਖੋ
ਇਹ 11 ਇੱਥੇ ਮਲਟੀਪਲਾਈ ਜਾਂ ਤੇ ਮਲਟੀਪਲਾਈ ਵਾਲੀ ਵੈਲਿਊ ਤੁਸੀਂ ਦੂਸਰੇ ਪਾਸੇ ਲਿਜਾਵਾਂਗੇ ਤਾਂ ਕੀ ਹੋ ਜੂਗੀ, ਡਿਵਾਈਡ ਹੋ ਜੂਗੀ। ਇੱਧਰ ਹੈ ਜੂ x ਮਾਈਨਸ 968 ਬਟੇ 89 ਤੇ 11 ਆਪਾਂ ਦੂਸਰੇ ਸਾਈਡ ਵੱਲ ਜਾ ਕੇ ਕੀ ਕਰਤਾ, ਡਿਵਾਈਡ ਚ ਕਰਤਾ ਤੇ ਡਿਵਾਈਡ ਕਰ ਲਓ ਕਿੰਨਾ ਆ ਜੂਗਾ 11 ਚੌਂਕ 44 ਕਿੰਨੇ ਬਚ ਗਏ 7। 11 ਤੇ ਡਿਵਾਈਡ ਨਹੀਂ ਹੋ ਰਿਹਾ ਇਹ ਲੱਗਦਾ ਆਪਣੇ ਕੋਲ ਕੁਐਸਚਨ ਗਲਤ ਆ। ਇੱਕ ਮਿੰਟ ਹਾਊ ਇਟਸ ਪੋਸੀਬਲ, ਜਾਂ ਤਾਂ ਇੱਥੇ 11 ਨਹੀਂ ਜਾਂ ਇੱਥੇ 512 ਨਹੀਂ, ਕੋਈ ਨਾ ਕੋਈ ਤਾਂ ਗੜਬੜ ਹੈਗੀ। ਜਸਟ 1 ਸੈਕਿੰਡ। क्वेश्चन चेक कर लिए, 1 सेकंड च हो जाऊगा। सॉरी आ रहा जी क्वेश्चन 11 की जगह 4 है जी, उत्थे मैं गलत लिखी बैठा 11, सॉरी एक अपने को दिता होया एक्स माइनस 968 डिवाइड 89 इंटू 4 इज इक्वल टू 512। मैं उत्थे 11 लिखी बैठा, इसलिए थोड़ी जी गड़बड़ हो गई, सॉरी। दोबारा सॉल्व करते हैं जी आप सम। इस 11 की जगह ते 4 आ जी, ठीक है जी। मैं कह रहा था ना भी कोई ना कोई गड़बड़ तो हैगी है, हुणे रफ नहीं होना। चलो आप इतने 4 करते हैं, हुण 4 दूसरी साइड जाके की हो जूगा, डिवाइड हो जूगा जी। तो जो 4 ਨੂੰ आप 512 ਉੱਪਰ कैंसिल करांगे तो अपने को कितना आऊगा, पहला आऊगा 4 4 1 बच गया 11, 4 दूनी 8 3 बच गया 8 चौका कितना आ गया 32 का कितना आ गया 128। अपने को बच गया x माइनस 968 बटे 89 इक्वल टू 128, ठीक है जी। ਹੁਣ ਜਿਹੜਾ 89 ਬਟੇ ਚ ਆ ਉਹ ਦੂਸਰੀ ਸਾਈਡ ਜਾ ਕੇ ਕੀ ਹੋ ਜਾਊਗਾ, ਮਲਟੀਪਲਾਈ ਹੋ ਜਾਊਗਾ 128 ਦੇ ਨਾਲ, ਠੀਕ ਆ। ਤਾਂ ਉਹਨੂੰ ਮਲਟੀਪਲਾਈ ਕਰ ਲਓ, ਇੱਧਰ ਰਹਿ ਜਾਊਗਾ x ਮਾਈਨਸ 968 ਇਕੁਅਲ ਟੂ 128 ਇੰਟੂ 89। 89 ਨੂੰ ਗੁਣਾ ਕਰ ਲਓ ਜੀ, 8 ਨਾਮ ਕਿੰਨਾ ਹੋ ਗਿਆ 72, 9 दूनी 18 7 ਕਿੰਨੇ ਹੁੰਦੇ ਜੀ ਆਪਣੇ ਕੋਲ 25 ਤੇ 9 ਤੇ 2 ਕਿੰਨੇ ਹੋ ਗਏ 11, 7 8 ਕਿੰਨੇ ਹੋ ਗਏ ਜੀ 56, 5 ਗਏ ਅਸਲ, 7 दूनी 14 14 5 ਕਿੰਨੇ ਹੁੰਦੇ ਜੀ 19, 1 ਗਿਆ ਅਸਲ, 7 1 7 ਤੇ 1 ਕਿੰਨਾ ਹੋ ਗਿਆ 8, ਤਾਂ ਕਿੰਨਾ ਬਣ ਗਿਆ 2 11 ਤੇ ਆਪਣੇ ਕੋਲ ਬਣ ਗਿਆ ਇਹ ਫਿਰ 11, ਫਿਰ ਕਿੰਨਾ ਬਣ ਗਿਆ 10 ਤੇ ਆਂਸਰ ਕਿੰਨਾ ਆਪਣੇ ਕੋਲ ਕੀ ਬਣ ਗਿਆ 10 112 ਤੇ 968। ਤੇ 968 ਇਧਰਲੇ ਪਾਸੇ ਮਾਈਨਸ ਦਾ ਉਹ ਦੂਸਰੀ ਸਾਈਡ ਜਾ ਕੇ ਕੀ ਹੋ ਜਾਊਗਾ ਪਲੱਸ ਹੋ ਜਾਊਗਾ, 968 ਕੀ ਕਰ ਦਾਂਗੇ ਆਪਾਂ ਇਹਦੇ ਚ ਪਲੱਸ 0 1 ਗਿਆ ਹਾਸਲ 8 10 1 ਤੇ ਆਂਸਰ ਕਿੰਨਾ ਆ ਗਿਆ 11080। ਆਪਣੇ ਕੋਲ ਆਂਸਰ ਕਿੰਨਾ ਆ ਗਿਆ ਜੀ 11080। ਮੈਂ ਦੁਬਾਰਾ ਦੱਸ ਦਿੰਦਾ ਪੂਰੇ ਦਾ ਪੂਰਾ ਸਮ ਆਪਣੇ ਕੋਲ ਸੀ x ਮਾਈਨਸ 968 ਬਟੇ ਚ ਪੂਰੇ ਦੇ 89 ਇੰਟੂ 4 ਇਕੁਅਲ ਟੂ 512 ਇੰਟੂ 4 ਆਪਾਂ ਪਹਿਲਾਂ ਦੂਸਰੀ ਸਾਈਡ ਲੈ ਕੇ ਉਹਨੂੰ ਡਿਵਾਈਡ ਕੀਤਾ 128 ਆ ਗਿਆ, ਫਿਰ ਡਿਵਾਈਡ ਵਾਲੀ ਵੈਲਿਊ ਨੂੰ ਦੂਸਰੇ ਪਾਸੇ ਲੈ ਕੇ ਗਏ ਆਪਾਂ ਮਲਟੀਪਲਾਈ ਕਰਤਾ, ਫਿਰ ਮਾਈਨਸ ਵਾਲੀ ਵੈਲਿਊ ਨੂੰ ਦੂਸਰੇ ਪਾਸੇ ਲੈ ਕੇ ਗਏ ਆਪਾਂ ਕੀ ਕਰਤਾ ਪਲੱਸ ਕਰਤਾ। ਜੀ x ਦੀ ਵੈਲਿਊ ਕੱਢਣੀ ਆ ਇਧਰਲੇ ਪਾਸੇ ਇਕੱਲਾ x ਰਹਿਣਾ ਚਾਹੀਦਾ, ਠੀਕ ਹੈ ਜੀ, ਫੇਰ ਹੀ ਆਨਸਰ ਆਊ। ਅਗਲਾ ਕੁਐਸਚਨ ਦੇਖਦੇ ਹਾਂ, ਇਹ ਮੇਰੇ ਹਿਸਾਬ ਨਾਲ ਆਪਣੀ ਲਾਸਟ ਹੀ ਸਲਾਈਡ ਆ ਜੀ, ਲਾਸਟ ਸਲਾਈਡ ਹੀ ਹੈ। ਬਹੁਤ ਵਧੀਆ ਕੁਐਸਚਨ ਨੇ ਦੋਨੇ। ਜਦੋਂ ਤੁਸੀਂ ਇਹਨੂੰ ਸੋਲਵ ਕਰਨਾ ਤੁਸੀਂ ਪਹਿਲਾਂ ਉੱਪਰਲਾ ਹਿੱਸਾ ਸੋਲਵ ਕਰ ਲਓ ਜਾਂ ਚਾਹੇ ਨੀਚੇਲਾ ਹਿੱਸਾ ਸੋਲਵ ਕਰ ਲਓ, ਬਟ ਦੋਨੇ ਕਰਨੇ ਵੱਖੋ ਵੱਖਰੇ ਆ, ਠੀਕ ਹੈ। ਹੁਣ ਦੇਖੋ ਸਭ ਤੋਂ ਪਹਿਲਾਂ ਕੀ ਕਰਾਂਗੇ ਆਪਾਂ 18 ਗੁਣਾ 14 ਕਰਾਂਗੇ ਕਿਉਂਕਿ ਮਲਟੀਪਲਾਈ ਆ ਮਾਈਨਸ ਆ ਮਲਟੀਪਲਾਈ ਆ, ਇਹਨਾਂ ਦੋਹਾਂ ਦੀ ਮਲਟੀਪਲਾਈ ਕਰ ਲਓ, ਫਿਰ ਇਹਨਾਂ ਦੋਹਾਂ ਦੀ ਮਲਟੀਪਲਾਈ ਕਰ ਲਓ, ਬਾਅਦ ਦੋਵਾਂ ਨੂੰ ਕੀ ਕਰ ਦਿਓ ਜੀ ਆਪਸ ਵਿੱਚ ਮਾਈਨਸ ਕਰ ਦਿਓ ਜੀ, ਕੰਮ ਸੌਖਾ ਹੀ ਹੈ, ਕੋਈ ਜ਼ਿਆਦਾ ਔਖਾ ਹੈ ਨਹੀਂਗਾ, ਠੀਕ ਹੈ। 18 ਗੁਣਾ 14 ਕਰਨਾ ਜੀ, 18 ਚੋਂ ਕੀ ਹੁੰਦਾ ਜੀ ਆਪਣੇ ਕੋਲ 72, 180 ਤੇ 72 ਕਿੰਨੇ ਹੁੰਦੇ ਜੀ ਆਪਣੇ ਕੋਲ ਐਡ ਕਰ ਲਓ ਕਿੰਨੇ ਹੋ ਗਏ 252, 88 ਕਿੰਨਾ ਹੋ ਗਿਆ 48, ਠੀਕ ਹੈ ਜੀ। ਫਿਰ 488 ਡਿਵਾਈਡ ਆ 1 ਮਾਈਨਸ ਆ, ਤੇ ਬੋਰਡ ਮਾਸ ਕੀ ਕਹਿੰਦਾ ਪਹਿਲਾਂ ਕੀ ਹੋਊਗੀ ਡਿਵਾਈਡ ਹੋਊਗੀ, ਤੇ 488 ਨੂੰ 4 ਉੱਪਰ ਕੈਂਸਲ ਕਰਾਂਗੇ, ਪਹਿਲਾਂ ਜਾਊਗਾ 1 ਤੇ ਫਿਰ ਜਾਊਗਾ 2 ਤੇ ਫਿਰ ਜਾਊਗਾ 2 ਤੇ ਇੱਧਰ ਕਿੰਨਾ ਆ ਗਿਆ ਮਾਈਨਸ ਦਾ 20। ਪਹਿਲਾਂ ਆਪਾਂ ਦੋਨੇ ਮਲਟੀਪਲਾਈਆਂ ਕਰ ਲਈਆਂ, ਫਿਰ ਵਿਚਾਲੇ ਮਾਈਨਸ ਹੁਣ ਮਾਈਨਸ ਕਰਾਂਗੇ, ਇੱਥੇ ਪਹਿਲਾਂ ਡਿਵਾਈਡ ਸੀ ਤਾਂ ਪਹਿਲਾਂ ਡਿਵਾਈਡ ਕਰ ਲਿਆ, ਫਿਰ ਆਪਾਂ ਹੁਣ ਮਾਈਨਸ ਕਰਾਂਗੇ। 252 ਦੇ ਵਿੱਚੋਂ 48 ਮਾਈਨਸ ਕੀਤੇ ਕਿੰਨੇ ਹੁੰਦੇ ਆ ਜੀ 204,
ਤੇ 122 ਦੇ ਵਿੱਚੋਂ 20 ਮਾਈਨਸ ਕੀਤੇ ਕਿੰਨੇ ਹੁੰਦੇ ਆ 102 ਤੇ 102 ਨੂੰ 104 ਉੱਪਰ ਕੈਂਸਲ ਕੀਤਾ ਤਾਂ ਆਨਸਰ ਕਿੰਨਾ ਆ ਗਿਆ ਆਪਣੇ ਕੋਲੇ ਪੂਰਾ 2 ਆ ਗਿਆ। ਠੀਕ ਹੈ ਜੀ, ਕੰਮ ਸੌਖਾ ਹੀ ਸੀ। ਬਸ ਬੋਰਡ ਮਾਸ ਜ਼ਰੂਰ ਯਾਦ ਰੱਖਣਾ ਵੀ ਪਹਿਲਾਂ ਬ੍ਰੈਕਟ ਸੋਲਵ ਹੁੰਦੀ ਆ, ਫਿਰ ਆਫ, ਫਿਰ ਡਿਵਾਈਡ, ਫਿਰ ਮਲਟੀਪਲਾਈ, ਫਿਰ ਐਡ ਹੋਊਗਾ ਤੇ ਫਿਰ ਮਾਈਨਸ ਹੋਊਗਾ। ਠੀਕ ਹੈ ਜੀ, ਐਂਡ ਤੇ ਮਾਈਨਸ ਹੁੰਦੀ ਹੈ। ਵੈਸੇ ਪਲੱਸ ਮਾਈਨਸ ਦਾ ਕੋਈ ਏਡਾ ਰੌਲਾ ਨਹੀਂ ਹੁੰਦਾ, ਭਾਵੇਂ ਪਹਿਲਾਂ ਪਲੱਸ ਕਰ ਲਓ ਭਾਵੇਂ ਪਹਿਲਾਂ ਮਾਈਨਸ ਕਰ ਲਓ, ਗੱਲ ਇੱਕ ਹੀ ਹੁੰਦੀ ਹੈ। ਠੀਕ ਹੈ, ਹੁਣ ਦੇਖੋ ਇੱਥੇ ਆਪਣੇ ਕੋਲ 4 ਸਾਈਨ ਆ, ਪਲੱਸ, ਮਲਟੀਪਲਾਈ, ਮਾਈਨਸ ਤੇ ਮਾਈਨਸ। ਆਪਾਂ ਨੂੰ ਪਤਾ ਸਭ ਤੋਂ ਪਹਿਲਾਂ ਵਾਰੀ ਆਉਂਦੀ ਇਹਨਾਂ ਤਿੰਨਾਂ ਦੇ ਵਿੱਚੋਂ ਮਲਟੀਪਲਾਈ ਦੀ, ਤਾਂ ਪਹਿਲਾਂ ਮਲਟੀਪਲਾਈ ਕਰ ਲਓ। 4 + 18 ਚੌਂਕੀ ਕਿੰਨਾ ਹੋ ਗਿਆ 72 -6 -8। ਹੁਣ ਇਹਨੂੰ ਪਲੱਸ ਕਰ ਲਓ, ਸੌਰੀ ਪਹਿਲਾਂ ਨੀਚੇ ਵਾਲੀ ਵੈਲਿਊ ਸੋਲਵ ਕਰ ਲਓ। ਪਹਿਲਾਂ ਮਲਟੀਪਲਾਈ ਕਰਨੇ ਹੋਣਗੇ ਦੋਨੇ, ਫਿਰ ਇਹ ਦੋਨੇ ਮਲਟੀਪਲਾਈ ਹੋਣਗੇ, ਬਾਅਦ ਚ ਆਪਾਂ ਇਹਨਾਂ ਨੂੰ ਮਾਈਨਸ ਕਰਾਂਗੇ। 12 6 72 6 30 18 720 ਤੇ 18 ਕਿੰਨੇ ਹੁੰਦੇ ਆ 738 ਆ ਗਿਆ। 14 5 70 6 5 30 ਤੇ 730 ਆ ਗਿਆ। ਮਲਟੀਪਲਾਈ ਕਰ ਲਈ ਜੀ ਮੈਂ, ਤੁਸੀਂ ਕਰ ਲਓ ਜੀ। ਪਹਿਲਾਂ ਮੈਂ ਇਹਨਾਂ ਦੋਵਾਂ ਨੇ ਗੁਣਾ ਕਰਤੀ, ਇੱਥੇ ਲਿਖ ਲਿਆ 72, ਇਹ ਪਲੱਸ ਉਵੇਂ ਆ ਗਿਆ, ਮਾਈਨਸ ਦਾ 6 -8 ਉਦਾਂ ਹੀ ਆ ਗਿਆ। ਫਿਰ ਇਹਨਾਂ ਦੋਵਾਂ ਦੀ ਮਲਟੀਪਲਾਈ ਕਰ ਲਈ, ਅੱਡੋ ਅੱਡ ਲਿਖ ਲਿਆ। ਤੁਹਾਨੂੰ ਉੱਪਰਲੇ ਪਾਸੇ ਵੇਖੋ ਕਿੰਨਾ 72 ਦੇ ਵਿੱਚ ਪਹਿਲਾਂ 4 ਐਡ ਕੀਤੇ ਕਿੰਨੇ ਹੋ ਗਏ 76, 76 ਦੇ ਵਿੱਚੋਂ 6 ਮਾਈਨਸ ਕੀਤੇ ਕਿੰਨੇ ਰਹਿ ਗਏ 70, ਤੇ ਉਹਨਾਂ 70 ਦੇ ਵਿੱਚੋਂ ਆਪਾਂ 8 ਮਾਈਨਸ ਕਰਤੇ ਕਿੰਨੇ ਰਹਿ ਗਏ 62, ਤੇ 738 ਦੇ ਵਿੱਚੋਂ 730 ਮਾਈਨਸ ਕੀਤੇ ਕਿੰਨੇ ਰਹਿ ਗਏ ਆਪਣੇ ਕੋਲੇ ਇਕੱਲਾ 8, ਤੇ ਇਹਨੂੰ ਆਪਾਂ ਇਹਦੇ ਉੱਤੇ ਕੈਂਸਲ ਕਰ ਦਾਂਗੇ। ਠੀਕ ਹੈ ਜੀ, ਤੇ ਆਪਣੇ ਕੋਲੇ ਆਨਸਰ ਆ ਜਾਊਗਾ ਮੇਰੇ ਹਿਸਾਬ ਨਾਲ 7.5 ਤੇ 7.75 ਦੇ ਆਸ-ਪਾਸ ਆਪਣਾ ਆਨਸਰ। ਠੀਕ ਹੈ ਜੀ, ਤੇ ਇਸ ਤੋਂ ਅੱਗੇ ਮੈਂ ਤੁਹਾਨੂੰ ਦੱਸਦਾ ਇਸ ਕੁਐਸਚਨ ਦਾ ਤੁਸੀਂ ਮੈਨੂੰ ਆਨਸਰ ਕਮੈਂਟ ਜ਼ਰੂਰ ਕਰਨਾ ਜੀ। ਜੇ ਵੀਡੀਓ ਵਧੀਆ ਲੱਗੀ ਤੁਹਾਡਾ, ਆਪਾਂ ਲਾਸਟ ਕੁਐਸਚਨ ਮਾੜਾ ਜਿਹਾ ਮੇਰੇ ਹਿਸਾਬ ਨਾਲ ਕੋਈ ਡਾਊਟ ਚੈੱਕ ਕਰ ਲਈਏ। 18 ਚੌਂਕੀ 72 4 76 76 ਚ 6 ਮਾਈਨਸ ਕੀਤੇ ਆਪਣੇ ਕੋਲੇ 70, 17 ਚ 8 ਮਾਈਨਸ ਕੀਤੇ 62, 138 130। ਠੀਕ ਹੈ, ਬਸ ਇਹਨਾਂ ਹੀ ਆਊਗਾ ਆਨਸਰ। ਓਕੇ, ਹਾਂਜੀ, ਇਹਦਾ ਤੁਸੀਂ ਆਨਸਰ ਮੈਨੂੰ ਕਮੈਂਟ ਕਰਨਾ ਜੀ ਕਰਕੇ। ਸੌਖਾ ਹੀ ਕੁਐਸਚਨ ਆ ਜੀ, ਪਹਿਲਾਂ ਸਹੀਆਂ ਸੋਲਵ ਕਰ ਲਓ ਜੀ, ਕਿਉਂਕਿ ਇੱਥੇ ਕੁਐਸਚਨ ਮਾਰਕ ਆ। ਜੇ ਇੱਦਾਂ ਕਰੋ ਜੀ, ਇੰਨੇ ਇੱਕ ਨੂੰ ਸੋਲਵ ਕਰਕੇ ਪਹਿਲਾਂ ਤੇ ਜਿਹੜੀ ਵੈਲਿਊ ਆਊਗੀ ਉਹਨੂੰ ਦੂਸਰੀ ਸਾਈਡ ਲਿਜਾ ਕੇ ਮਾਈਨਸ ਕਰ ਦਿਓ ਜੀ। ਬਟ ਖਿਆਲ ਰੱਖੋ ਜੇ ਆਹ ਮਾਈਨਸ ਇਹਦੀ ਆ, ਉਹ ਬਾਅਦ 'ਚ ਦੂਸਰੀ ਸਾਈਡ ਜਾਊਗੀ। ਜੇ ਤੁਸੀਂ ਸਾਡਾ ਆਫਲਾਈਨ ਬੈਚ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਜੀ 9:30 ਵਜੇ ਮੈਂ ਇੱਕ ਨਵਾਂ ਬੈਚ ਸ਼ੁਰੂ ਕੀਤਾ ਜੀ। ਵੈਸੇ ਪਹਿਲਾਂ 2 ਬੈਚ ਚੱਲ ਰਹੇ ਆ, ਵੱਖਰੇ ਉਹ ਫਿਲ ਨੇ। 9:30 ਵਜੇ ਨਵਾਂ ਬੈਚ ਸ਼ੁਰੂ ਕੀਤਾ, ਤੇ ਉਹਦੇ ਵਿੱਚ ਤੁਸੀਂ ਜੁਆਇਨ ਕਰ ਸਕਦੇ ਹੋ। ਕਾਂਤੀ ਅਕੈਡਮੀ, ਨੀਅਰ ਮੰਗਾ ਪੈਟਰੋਲ ਪੰਪ, ਲੋਡ ਰੋਡ, ਸ਼੍ਰੀ ਮੁਕਤਸਰ ਸਾਹਿਬ ਬੱਸ ਸਟੈਂਡ ਤੇ ਨੇੜੇ ਹੀ ਹੈ ਜੀ ਆਪਣੀ ਅਕੈਡਮੀ, ਜ਼ਿਆਦਾ ਦੂਰ ਨਹੀਂ ਆ। ਜੇ ਕੋਈ ਡਾਊਟ ਹੋਵੇ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ। ਜੇ ਕੁਐਸਚਨ 'ਚ ਕੋਈ ਡਾਊਟ ਆ ਤਾਂ ਵੀ ਮੈਨੂੰ ਕਾਲ ਜਾਂ ਮੈਸੇਜ ਕਰ ਸਕਦੇ ਹੋ। ਸਾਨੂੰ ਫੇਸਬੁੱਕ, ਇੰਸਟਾਗ੍ਰਾਮ ਤੇ ਤੁਸੀਂ ਜੁਆਇਨ ਕਰ ਸਕਦੇ ਹੋ ਕਾਂਤੀ ਅਕੈਡਮੀ ਮੁਕਤਸਰ ਲਿਖ ਕੇ। ਤੇ ਜੇ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਕਰੋ ਜੀ, ਨਾਲ ਸਬਸਕ੍ਰਾਈਬ ਕਰੋ ਤੇ ਸ਼ੇਅਰ ਜ਼ਰੂਰ ਕਰੋ ਜੀ ਆਪ ਦੋਸਤਾਂ ਦੇ ਨਾਲ ਜੋ ਵੀ ਤੁਹਾਡੇ ਸਕੇ ਸੰਬੰਧੀ ਹੈਗੇ। ਓਕੇ ਜੀ, ਥੈਂਕ ਯੂ। ਅਗਲੀ ਵੀਡੀਓ ਦੇ ਵਿੱਚ ਮਿਲਾਂਗੇ, ਸਿੰਪਲੀਫਿਕੇਸ਼ਨ ਦੇ ਹੀ ਸਮ ਕਰਾਂਗੇ। ਹਲੇ 1-2 ਵੀਡੀਓਜ਼ ਇਹਦੀਆਂ ਹੋਰ ਬਣਾਵਾਂਗੇ, ਫਿਰ ਆਪਾਂ ਅੱਗੇ ਜਾ ਕੇ ਚੈਪਟਰ ਸ਼ੁਰੂ ਕਰਾਂਗੇ। ਠੀਕ ਹੈ ਜੀ, ਥੈਂਕ ਯੂ।